ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਸਾਡਾ ਹਫ਼ਤਾਵਾਰੀ ਪ੍ਰੋਗਰਾਮ ਜਿਸ ਦੇ ਵਿੱਚ ਨਜ਼ਰ ਮਾਰਦੇ ਹਾਂ ਕਿ ਕੀ ਕੁਛ ਹੋ ਰਿਹਾ ਦੁਨੀਆ ਦੇ ਵਿੱਚ, ਤੇ ਤੁਸੀਂ ਸਾਡੀ ਹਮੇਸ਼ਾ ਹੌਸਲਾ ਅਫਜ਼ਾਈ ਕਰਦੇ ਹੋ। ਇਸੇ ਤਰ੍ਹਾਂ ਹੌਸਲਾ ਅਫਜ਼ਾਈ ਕਰਦੇ ਹੀ ਰਹਿਣਾ ਹੈ। ਸੋ ਆਓ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਸਾਡੇ ਸਾਹਮਣੇ ਆਇਆ ਹੈ। ਇਹ ਸਾਰੀਆਂ ਗੱਲਾਂ ਨੂੰ ਡਿਸਕਸ ਕਰਨ ਦੇ ਲਈ ਇਹਦੇ ਤੇ ਜੋ ਵੀ ਹੈਗਾ ਸਮੀਖਿਆ ਤੇ ਕੀ ਵਿਚਾਰ ਹੈਗੇ ਆ, ਡਾਕਟਰ ਬਲਦੇਵ ਸਿੰਘ ਜੀ ਕੰਦੋਲਾ ਮੇਰੇ ਨਾਲ ਨੇ, ਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਬਲਦੇਵ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਤੇ ਵਾਕਈ ਲੱਗਦਾ ਵੀ ਕਾਫੀ ਹੁਣ ਠੰਡ ਜਿਹੀ ਫੇਰ ਵੇਵ ਆਇਆ, ਤੇ ਪਹਿਲਾਂ ਤਾਂ ਕੁਝ ਫਰਕ ਜੀ ਪੈ ਗਿਆ ਸੀਗਾ, ਤੇ ਹੁਣ ਕਿਉਂਕਿ ਜਨਵਰੀ ਕਾਫੀ ਠੰਡ ਹੁੰਦੀ ਹੈ ਇੰਡੀਆ ਦੇ ਵਿੱਚ, ਤਾਂ ਇਹ ਜਿਹੜਾ ਜਨਵਰੀ ਦਾ ਮਹੀਨਾ ਬੜਾ ਕੜਾਕੇਦਾਰ ਠੰਡ ਹੁੰਦੀ ਹੈ ਉੱਥੇ ਤਾਂ, ਕਿਉਂਕਿ ਇੱਕ ਸਾਧਨ ਵੀ ਨਹੀਂ ਹੁੰਦੇ। ਪਰ ਇੱਥੇ ਚਲੋ ਸਾਧਨ ਤਾਂ ਹੈਗੇ, ਪਰ ਫਿਰ ਵੀ ਕਾਫੀ ਫਰਕ ਹੈਗਾ। ਆਓ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਸਰ ਕੀਅਰ ਸਟਾਰਮਰ ਦੀ। ਉਹ ਕਹਿੰਦੇ ਹੈਗੇ ਆ ਵੀ is the rival party with a serious habit of knocking lumps out of itself। ਭਾਵ ਹੈਗਾ ਵੀ ਲੇਬਰ ਪਾਰਟੀ ਦੇ ਵਿੱਚ ਕਾਫੀ ਪਹਿਲਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਆਪਸ ਵਿੱਚ ਹੀ ਉਹਨਾਂ ਦਾ ਝਗੜਾ ਕਾਫੀ ਰਹਿੰਦਾ, ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਉਹ ਕਾਫੀ ਠੀਕ ਸੀਗੇ, ਉਹ ਠੀਕ ਚੱਲ ਵੀ ਰਹੇ ਹੈਗੇ। ਕੀ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਦੇਖਣ ਦੇ ਨਾਲ ਆਪਣੇ ਸਾਹਮਣੇ ਜੋ ਕੁਝ ਹੋ ਰਿਹਾ ਹੈਗਾ ਵੀ ਜਿਹੜੀ ਜਨਰਲ ਇਲੈਕਸ਼ਨ ਯੂਕੇ ਦੀ ਹੈਗੀ ਆ, ਉਹ ਤਕਰੀਬਨ 18 ਕੁ ਮਹੀਨੇ ਦੇ ਲਾਗੇ ਛਾਗੇ ਹੈ, ਜਿਹਦੇ ਵਿੱਚ ਹੁਣ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇ ਰਿਸ਼ੀ ਸੁਨਕ, ਤੇ ਕੀ ਉਹ ਔਰ ਕੀ ਸਰ ਕੀਅਰ ਸਟਾਰਮਰ ਪ੍ਰਾਈਮ ਮਿਨਿਸਟਰ ਇਨ ਵੇਟਿੰਗ। ਤੇ ਦੇਖਣ ਦੀ ਇਹ ਕਹਾਣੀ ਹੈਗੀ ਹੈ। ਭਾਵੇਂ ਜਿਹੜੀ ਇਸ ਵੇਲੇ ਲੀਡ ਇਨ ਪੋਲਸ ਲੇਬਰ ਦੀ ਕਾਫੀ ਹੈਗੀ ਆ, ਪਰ ਕੈਨ ਦੈਟ ਲੀਡ ਬੀ ਟਰਨ ਇਨਟੂ ਏ ਵਿਕਟਰੀ। ਇਹ ਕਿਉਂਕਿ ਆਮ ਤੌਰ ਤੇ ਤੁਸੀਂ ਦੇਖੋ ਜੀ, ਇਹ ਜਿਹੜੇ ਪੋਲਸ ਹੁੰਦੇ ਆ ਕਈ ਦਫਾ ਇਹੋ ਜਿਹੇ ਵੀ ਰਹੇ ਹੈਗੇ ਪੋਲਸ ਕਿ ਕੋਈ ਵੀ ਪਾਰਟੀ ਅਹੈਡ ਹੈਗੀ ਹੈ, ਪਰ ਜਦੋਂ ਐਕਚੁਅਲੀ ਇਲੈਕਸ਼ਨ ਹੁੰਦੀ ਆ ਉਸ ਵੇਲੇ ਆ ਕੇ ਉਹ ਫਿਰ ਆਪਣੇ ਹੱਥ ਹੀ ਮਲਦੇ ਰਹਿ ਜਾਂਦੇ ਆ, ਜੇ ਕਿਉਂਕਿ ਇਲੈਕਸ਼ਨ ਜਿੱਤੀ ਨਹੀਂ ਜਾਂਦੀ। ਸੋ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਕਿਉਂਕਿ ਹਲੇ ਦੂਰ ਹੋਣ ਦੇ ਕਾਰਨ, ਕਿਉਂਕਿ ਜੇ ਕਹੀਏ ਜੇ ਵੀ 18 ਮਹੀਨੇ ਬਹੁਤ ਦੂਰ ਹੈ, ਪੋਲੀਟੀਕਲ ਟਰਮ ਦੇ ਵਿੱਚ ਇਹ ਬਹੁਤੇ ਦੂਰ ਵੀ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੇ ਸਾਹਮਣੇ ਬਲਦੇਵ ਜੀ ਆ ਰਹੀਆਂ ਕਿ ਇਸ ਵੇਲੇ ਦੀ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਸਟ੍ਰਾਈਕਸ ਹੋ ਰਹੀਆਂ ਹੈਗੀਆਂ ਜਿਹੜੀਆਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਅੱਜ ਵੀ ਥੋੜ੍ਹੇ ਜਿਹੇ ਸ਼ਾਇਦ ਉਹਨੂੰ ਥੋੜ੍ਹਾ ਜਿਹਾ ਟੱਚ ਕਰਾਂਗੇ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਅਰਿਥਮੈਟਿਕ ਜੇ ਇਹਦਾ ਸਾਰਾ ਕੁਝ ਦੇਖੀਏ ਕਿ ਜੇ ਭਾਵੇਂ ਕੀਅਰ ਸਟਾਰਮਰ ਦੀ ਜਿਹੜੀ ਲੀਡ ਹੈ ਜਾਂ ਲੇਬਰ ਪਾਰਟੀ ਦੀ ਲੀਡ ਹੈਗੀ ਹੈ, ਪਰ ਜਦੋਂ ਆਪਾਂ ਬੁੱਧਵਾਰ ਦੇ ਕੁਐਸਚਨ ਟਾਈਮ ਦੇਖਦੇ ਹਾਂ, ਉੱਤੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੇ ਮੈਂ ਲਾਸਟ ਹਫ਼ਤੇ ਦੇ ਵਿੱਚ ਪਿਛਲੇ ਹਫ਼ਤੇ ਦੇਖੇ ਸੀ, ਰਿਸ਼ੀ ਸੁਨਕ ਇਜ਼ ਬਿਕਮਿੰਗ ਕੁਆਇਟ ਸ਼ਾਰਪ ਆਨਸਰਿੰਗ ਹਿਸ ਕੁਐਸਚਨਸ ਐਂਡ ਕੀ ਕਹਿੰਦੇ ਹੁੰਦੇ ਆ ਉਹਨੂੰ, ਜਿਹੜੀ ਉਹਦੀ ਐਨਾਲਿਸਿਸ ਹੈਗੇ ਉਹ ਆਪਣੇ ਜਿਹੜੀ ਕੁਐਸਚਨਸ ਹੈਗੇ ਉਹਨੂੰ ਬੜਾ ਤੋਲ ਕੇ ਨਾਪ ਕੇ ਉਹ ਜਵਾਬ ਦੇ ਰਿਹਾ ਹੈਗਾ। ਤੇ ਜਦੋਂ ਮੈਂ ਕਮੈਂਟੇਟਰ ਇਹ ਦੇਖ ਰਿਹਾ ਸੀ, ਸੁਣ ਰਿਹਾ ਸੀ ਨਾ, ਉਹ ਕਹਿੰਦੇ ਕਿ ਯੈਸ ਹੀ ਇਜ਼ ਬਿਕਮਿੰਗ ਸ਼ਾਰਪ, but the NHS strike and that hanging over his head always bring the Tories down। ਸੋ ਇਹ ਕੁਝ ਇਹੋ ਜਿਹੇ ਪੁਆਇੰਟਸ ਆਪਣੇ ਜਿਹੜੇ ਸਾਹਮਣੇ ਆ ਰਹੇ ਆ, ਤੇ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਸਰਦੂਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬਹੁਤ ਕੁਝ ਕਹਿ ਗਏ ਹੈਗੇ ਆਪਣੀ ਜਾਣ ਪਛਾਣ ਦੇ ਵਿੱਚ ਹੀ। ਦੇਖੋ, ਹਕੀਕਤ ਇਹ ਹੈਗੀ ਆ ਕਿ ਜਿਹੜੀ ਯੂਕੇ ਦਾ ਰਾਜ ਪ੍ਰਬੰਧ ਆ, ਇਹਦੇ ਵਿੱਚ ਸਿਰਫ ਦੋ ਹੀ ਪਹਿਲਵਾਨ ਆ। ਪਿਛਲੇ ਕਈ ਦਹਾਕਿਆਂ ਤੋਂ, ਜਦ ਤੋਂ ਮੈਂ ਇਸ ਮੁਲਕ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਇਹੀ ਦੇਖਦਾ ਆ ਰਿਹਾ ਕਿ ਕਿਉਂਕਿ ਦੋ ਪਹਿਲਵਾਨ ਹੋਣ ਕਰਕੇ ਕਦੇ ਇੱਕ ਥੱਲੇ ਆ ਜਾਂਦਾ ਤੇ ਕਦੇ ਦੂਸਰਾ ਥੱਲੇ ਆ ਜਾਂਦਾ, ਤੇ ਉਹ ਜਿਹੜੀ ਹੈਗੀ ਆ ਜ਼ਰੂਰਤ ਹੈਗੀ ਆ ਉਹ ਬਦਲਣ ਦੀ ਜਾਂ ਥੱਲੇ ਆਉਣ ਦੀ, ਉਹ ਜ਼ਰੂਰੀ ਆ। ਤੇ ਦੂਸਰੀ ਗੱਲ ਇਹਦੇ ਵਿੱਚ ਇਹ ਵੀ ਹੈਗੀ ਆ ਕਿ ਬਈ ਇੱਥੋਂ ਦੀ ਜਿਹੜੀ ਜਨਤਾ ਹੈਗੀ ਆ, ਇੱਥੋਂ ਦੇ ਜਿਹੜੇ ਲੋਕ ਹੈਗੇ ਆ, ਉਹ
ਇੱਕ ਪਾਰਟੀ ਨੂੰ ਬਹੁਤੇ ਮੌਕੇ ਨਹੀਂ ਦਿੰਦੇ ਹੈਗੇ। ਹੁਣ ਟੋਰੀ ਪਾਰਟੀ ਜਿਹੜੀ ਆ ਉਹ ਕਈ ਸਾਲਾਂ ਤੋਂ ਇੱਥੇ ਰਾਜ ਕਰ ਰਹੀ ਆ ਹੂੰ, ਤੇ ਉਹਦੇ ਤੋਂ ਲੋਕ ਜਿਹੜੇ ਆ ਉਹ ਅੱਕ ਵੀ ਗਏ ਹੈਗੇ ਆ। ਤੁਹਾਨੂੰ ਪਤਾ ਹੀ ਆ ਕਿ ਬਈ ਪਿਛਲੇ ਸਾਲ ਦੇ ਵਿੱਚ ਟੋਰੀ ਪਾਰਟੀ ਨੇ ਇਹ 10 ਡਾਊਨਿੰਗ ਸਟਰੀਟ ਦੇ ਵਿੱਚ ਆਪਣੇ ਬੰਦੇ ਭੇਜਣ ਲਈ ਕੀ ਡਰਾਮੇ ਕੀਤੇ ਸੀ ਤੇ ਉਹ ਜਿਹੜੇ ਡਰਾਮੇ ਹੈਗੇ ਆ, ਭਾਵੇਂ ਆਪਾਂ ਟੀਵੀ ਤੇ ਦੇਖਦੇ ਆ, ਅਖਬਾਰਾਂ ਤੇ ਰੌਲਾ ਪਾਉਂਦੇ ਆ, ਲੇਕਿਨ ਜਿਹੜੀ ਆਮ ਜਨਤਾ ਹੈਗੀ ਆ ਉਹ ਇੱਕ ਦਰਸ਼ਕ ਹੀ ਬਣੇ ਰਹਿੰਦੇ ਆ ਕਿ ਉਹਨਾਂ ਨੂੰ ਉਹਦੇ ਵਿੱਚ ਦਖਲ-ਅੰਦਾਜ਼ੀ ਜਾਂ ਉਹਦੇ ਵਿੱਚ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ। ਉਹ ਅਧਿਕਾਰ ਜਿਹੜਾ ਆ ਉਹ ਸਿਰਫ ਜਿਹੜੀਆਂ ਆਮ ਚੋਣਾਂ ਹੁੰਦੀਆਂ ਉੱਥੇ ਆ ਕੇ ਹੀ ਉਹਨਾਂ ਨੂੰ ਆਪਣਾ ਫੈਸਲਾ ਦੇਣਾ ਪੈਂਦਾ। ਹੁਣ ਭਾਵੇਂ ਜਿਹੜੇ ਟੋਰੀ ਆ ਇਹ ਜੋ ਮਰਜ਼ੀ ਕਰ ਲੈਣ, ਕਿ ਤੁਹਾਨੂੰ ਵੀ ਪਤਾ, ਤੁਸੀਂ ਪੋਲਿਟਿਕਸ ਦੇ ਵਿੱਚ ਜ਼ਿਆਦਾ ਮੇਰੇ ਨਾਲੋਂ ਸ਼ਾਮਿਲ ਹੋ, ਤੇ ਟੋਰੀ ਪਾਰਟੀ ਜੋ ਮਰਜ਼ੀ ਕਰ ਲਵੇ, ਲੋਕ ਮੇਰਾ ਖਿਆਲ ਹੈ ਇਹਨਾਂ ਤੋਂ ਬਿਲਕੁਲ ਅੱਕ ਚੁੱਕੇ ਆ। ਔਰ ਤੁਸੀਂ ਭਾਵੇਂ ਰਿਸ਼ੀ ਸੁਨਕ ਦੀ ਤਾਰੀਫ ਕੀਤੀ ਹੈਗੀ ਆ ਕਿ ਬਈ ਉਹ ਸ਼ਾਰਪ ਹੋ ਰਿਹਾ ਹੈਗਾ ਤੇ ਉਹ ਜਵਾਬ ਵੀ ਸਵਾਲਾਂ ਦੇ ਬਹੁਤ ਸੋਹਣੇ ਦਿੰਦਾ, ਬਿਲਕੁਲ ਠੀਕ ਆ। ਲੇਕਿਨ ਇਸ ਪਾਰਟੀ ਦੀਆਂ ਜਿਹੜੀਆਂ ਕਮਜ਼ੋਰੀਆਂ, ਜਿਹੜੀਆਂ ਕਿ ਆਪਾਂ ਪਿਛਲੇ ਸਾਲ ਦੇਖੀਆਂ, ਜਿਹੜਾ ਡਰਾਮਾ ਹੋਇਆ ਸੀ ਲਿਜ਼ ਟਰੱਸ ਦਾ ਤੇ ਰਿਸ਼ੀ ਸੁਨਕ ਦਾ, ਉਹ ਤੁਹਾਨੂੰ ਦੱਸਦਾ ਕਿ ਬਈ ਇਹ ਜਿਹੜੀ ਪਾਰਟੀ ਆ ਕਦੇ ਵੀ ਉੱਠ ਕੇ ਸਾਹਮਣੇ ਨਹੀਂ ਆ ਸਕਦੀ। ਔਰ ਦੂਜੇ ਪਾਸੇ ਜਿਹੜੀ ਲੇਬਰ ਪਾਰਟੀ ਆ, ਉਹਨਾਂ ਦੇ ਵੀ ਡਰਾਮੇ ਜਿਹੜੇ ਸੀਗੇ ਉਹ ਹੋ ਚੁੱਕੇ ਹੈਗੇ ਪਹਿਲਾਂ, ਕਿਉਂਕਿ ਉਹ ਇਸ ਕੀ ਕਹਿੰਦੇ ਹੁੰਦੇ ਆ, ਹੱਲੇ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਹੈਗੇ ਆ ਤੇ ਉਹਨਾਂ ਨੂੰ ਇਸ ਵੇਲੇ ਕੀਅਰ ਸਟਾਰਮਰ ਦੀ ਸ਼ਕਲ ਦੇ ਵਿੱਚ ਜਿਹੜਾ ਲੀਡਰ ਮਿਲਿਆ ਹੈਗਾ, ਉਹ ਹੁਣ ਤਾਈਂ ਆਪਣੇ ਪੱਤੇ ਜਿਹੜੇ ਆ ਉਹ ਠੀਕ ਹੀ ਖੇਲ ਰਿਹਾ ਲੱਗਦਾ। ਇਸ ਲਈ ਜੇਕਰ ਕੋਈ ਹੋਰ ਹੁੰਦਾ ਜਿਹੜਾ ਕਿ ਗਲਤੀਆਂ ਕਰੀ ਜਾਂਦਾ ਤੇ ਸ਼ਾਇਦ ਲੋਕ ਇਹ ਸਮਝਦੇ ਵੀ ਲੇਬਰ ਪਾਰਟੀ ਦਾ ਵੀ ਬੁਰਾ ਹਾਲ ਆ। ਸੋ ਲੱਗਦਾ ਇਹੀ ਆ, ਕਿਉਂਕਿ ਹੁਣ ਤੱਕ ਜਿਹੜੇ ਕੀਅਰ ਸਟਾਰਮਰ ਨੇ ਪੱਤੇ ਖੇਡੇ ਆ ਉਹ ਉਹਦੇ ਵਿਰੁੱਧ ਨਹੀਂ ਜਾਂਦੇ, ਲੇਕਿਨ ਜੇਕਰ ਉਹ ਇਸੇ ਤਰ੍ਹਾਂ ਖੇਡਦਾ ਰਹੇ, ਚੁੱਪਚਾਪ ਦੇਖਦਾ ਵੀ ਰਹੇ, ਜਿਹੜੀ ਟੋਰੀ ਪਾਰਟੀ ਆ ਉਹਨੇ ਆਪਣੇ ਆਪ ਹੀ ਆਪਣੇ ਆਪ ਨੂੰ ਖਤਮ ਕਰ ਲੈਣਾ। ਇਸ ਲਈ ਮੇਰਾ ਖਿਆਲ ਹੈ ਕਿ ਲੇਬਰ ਪਾਰਟੀ ਦਾ ਜਿਹੜਾ ਆਉਣਾ ਆ ਇਹ ਲਾਜ਼ਮੀ ਆ, ਕਿਉਂਕਿ ਜਿਹੜੀ ਵਾਰੀ ਉਹਨਾਂ ਦੀ, ਜਿਹੜੀ ਟੋਰੀ ਪਾਰਟੀ ਦੀ ਵਾਰੀ ਆ ਉਹ ਖਤਮ ਹੋ ਚੁੱਕੀ ਆ ਤੇ ਇਸ ਲਈ ਮੇਰਾ ਖਿਆਲ ਹੈ ਕਿ ਇਹ ਪ੍ਰਧਾਨ ਮੰਤਰੀ ਬਣ ਗਈ ਅਨਲੈਸ ਕਿ ਇਹ ਆਉਂਦੇ 18 ਮਹੀਨਿਆਂ ਦੇ ਵਿੱਚ ਇਹੋ ਜਿਹਾ ਬਲੰਡਰ ਕਰ ਦਿੰਦੇ ਆ ਕਿ ਲੋਕ ਕਹਿਣ ਪਏ ਇਹ ਤਾਂ ਬਿਲਕੁਲ ਹੀ ਰੱਦੀ ਆਦਮੀ ਹੈਗਾ, ਜਾਂ ਜਿਹੜੀ ਲੇਬਰ ਪਾਰਟੀ ਬਿਲਕੁਲ ਹੀ ਰੱਦੀ ਹੈਗੇ ਆ। ਤੇ ਇਸ ਲਈ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ ਕਿ ਬਈ 18 ਮਹੀਨਿਆਂ ਤੋਂ ਬਾਅਦ ਜਿਹੜਾ ਅਗਲਾ ਯੂਕੇ ਦਾ ਪ੍ਰਧਾਨ ਮੰਤਰੀ ਹੋਏਗਾ, ਮੇਰਾ ਖਿਆਲ ਹੈ ਉਹ ਕੇਅਰ ਹੀ ਹੋਏਗਾ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਰਿਸ਼ੀ ਸੁਨਕ ਦੀ, ਉਹਨੇ ਗਲਤੀਆਂ ਬਹੁਤ ਕੀਤੀਆਂ ਔਰ ਉਹਨੇ ਹੋਰ ਕਰਨੀਆਂ ਵੀ ਆ। ਉਹ ਇਕੱਲਾ ਨਹੀਂ ਹੈਗਾ, ਉਹਦੀ ਜਿਹੜੀ ਟੀਮ ਹੈਗੀ, ਉਹਦੀ ਜਿਹੜੀ ਪਾਰਟੀ ਆ, ਉਹਨੂੰ ਮਜਬੂਰ ਕਰ ਦੇਣਾ ਵੀ ਤੂੰ ਆਹ ਗਲਤੀਆਂ ਕਰ, ਕਿਉਂਕਿ ਉਹਨਾਂ ਦਾ ਜਿਹੜਾ ਦੌਰ ਆ ਉਹ ਥੱਲੇ ਨੂੰ ਜਾ ਰਿਹਾ ਹੈਗਾ। ਸੋ ਮੇਰਾ ਤਾਂ ਇਹੀ ਖਿਆਲ ਆ ਕਿ ਬਈ ਜਿਹੜੀ ਲੇਬਰ ਪਾਰਟੀ ਆ ਉਹਨਾਂ ਦੀ ਵਾਰੀ ਆ ਤੇ ਜੋ ਵੀ ਮਰਜ਼ੀ ਹਾਲਾਤ ਬਣ ਜਾਣ, ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ, ਕੀਅਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣਨਾ ਲਾਜ਼ਮੀ ਆ ਜੀ। ਠੀਕ ਹੈ। ਵੈਸੇ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ, ਕਿਉਂਕਿ ਲੇਬਰ ਪਾਰਟੀ ਇਟਸੈਲਫ ਹਾਲੇ ਵੀ ਉਹਦੇ ਵਿੱਚ ਕਾਫੀ ਜਿਹੜੀਆਂ ਖਿੱਚੋਤਾਣ ਹੈਗੀਆਂ, ਕਿਉਂਕਿ ਹਾਲੇ ਤੱਕ ਜਿਹੜਾ ਜੈਰਮੀ ਕੋਰਬਨ ਦਾ ਜਿਹੜਾ ਉੱਪਰ ਉਹਦੇ ਝੁੱਲ ਰਿਹਾ ਨਾ ਛੱਜ, ਉਹਦੇ ਵਿੱਚ ਜਿਹੜੀ ਡਿਵੀਜ਼ਨ ਹੈ ਉਹ ਹਾਲੇ ਕਾਫੀ ਦਿਸ ਰਹੀ ਹੈਗੀ ਆ। ਭਾਵੇਂ ਤੁਸੀਂ ਜਿਹੜੇ ਹਿਸਾਬ ਨਾਲ ਇਸ ਨੂੰ ਗੱਲ ਕੀਤਾ ਹੈਗਾ, ਕਿਉਂਕਿ ਜਦੋਂ ਇਹਨਾਂ ਦੀਆਂ ਵਿਚਲੀਆਂ ਗੱਲਾਂ ਦੇਖਦੇ ਹੈਗੇ ਆ ਉਹਨਾਂ ਦੇ ਨਾਲ, ਕਿਉਂਕਿ ਇਸ ਵੇਲੇ ਮੈਨੂੰ ਲੱਗਦਾ ਇਹ ਹੈਗਾ ਵੀ ਦੋਹਾਂ ਪਾਰਟੀਆਂ ਦੇ ਵਿੱਚ ਜਿਹੜਾ ਸਪਲਿਟ ਆ ਉਹ ਇੰਨਾ ਦਿਸ ਰਿਹਾ ਹੈਗਾ ਕਿ ਲੋਕ ਕੋਈ ਵੀ ਸਪਲਿਟ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਹੈਗੇ। ਸੋ ਕਿਸੇ ਤਰੀਕੇ ਨਾਲ ਇਹ ਵੀ ਦੇਖਿਆ ਜਾ ਸਕਦਾ ਹੈਗਾ ਕਿ ਜਦੋਂ ਇਹ ਕੰਮ ਨੇੜੇ ਆਉਣਾ, ਕਿਉਂਕਿ ਜਿਹੜੀ ਉਹਦੀ ਇਸ ਨਵੇਂ ਸਾਲ ਦੇ ਵਿੱਚ ਰਿਸ਼ੀ ਸੁਨਕ ਨੇ 5 ਪੁਆਇੰਟ ਜਿਹੜੇ ਕਹੇ ਸੀ ਕਿ ਇਨਫਲੇਸ਼ਨ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹਨੇ ਕਹੀਆਂ ਸੀ ਇਹਨਾਂ ਸਾਰੀਆਂ ਨੂੰ ਕੰਟਰੋਲ ਕਰਨਾ, ਅਗਰ ਉਹ ਕੰਟਰੋਲ ਕਰਦਾ
ਤੇ ਉਹ ਕੰਟਰੋਲ ਕਰਨ ਤੋਂ ਬਾਅਦ ਇਹ ਦੇਖਦਾ ਹੈਗਾ ਵੀ ਜੇ ਉਹ ਬੈਲੈਂਸ ਦੇ ਵਿੱਚ ਥੋੜ੍ਹੇ ਜਿਹੇ ਆ ਜਾਂਦੇ ਹੈਗੇ ਆ, ਤੇ ਫਿਰ ਜਨਰਲ ਪਬਲਿਕ ਦੇ ਉੱਤੇ ਇਹ ਦੇਖਣ ਦੀ ਲੋੜ ਪਏਗੀ ਵੀ ਹਾਂ ਉਹ ਕਿਹਨੂੰ ਕਰਦੇ ਹੈਗੇ। ਇਹ ਤੁਹਾਡੀ ਗੱਲ ਠੀਕ ਹੈ ਕਿ ਹੁਣ 13 ਸਾਲ ਹੋ ਗਏ ਇਹਨਾਂ ਨੂੰ ਰਾਜ ਕਰਦਿਆਂ ਨੂੰ, ਤੇ ਇੱਥੇ ਤਕਰੀਬਨ ਇਹ ਹੈਗਾ ਵੀ ਨਾਰਮਲੀ ਚੇਂਜ ਜਿਹੜੀ ਹੈਗੀ ਆ ਉਹ ਆ ਹੀ ਜਾਂਦੀ ਆ। ਉਹਨੂੰ ਇਹ ਦੇਖਦੇ ਹੈਗੇ ਕਿਉਂਕਿ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੈਗੇ ਆ ਕਿ ਟੋਰੀ ਪਾਰਟੀ ਦੀ ਜਿਹੜੀ ਹੁਣ 3 ਪ੍ਰਾਈਮ ਮਿਨਿਸਟਰ ਵਿਦਿਨ ਈਅਰ, ਜਿਹੜਾ ਇਹ ਵੀ ਇੱਕ ਹਿਸਟੋਰਿਕ ਪੁਆਇੰਟ ਬਣ ਗਿਆ ਹੈਗਾ। ਉਹ ਜਿਹੜੀ ਚੀਜ਼ ਆ ਹਾਲੇ ਵੀ ਹੈਂਗਿੰਗ ਉਹਨਾਂ ਦੇ ਸਿਰ ਦੇ ਉੱਤੇ ਹੈਗੀ ਹੈ, ਜਿਹੜੀ ਜੌਨਸਨ ਦੇ ਸਮੇਂ ਦੇ ਵਿੱਚ ਜਿਹਨੂੰ ਪਾਰਟੀ ਗੇਟ ਨਾਂ ਦਿੱਤਾ ਗਿਆ ਸੀ ਕਿ ਕਰੋਨਾ ਦੇ ਦੌਰਾਨ ਉਸ ਵੇਲੇ ਇਸ ਬੰਦੇ ਨੂੰ ਮਤਲਬ ਆਪ ਵੀ ਬਿਮਾਰ ਹੋ ਗਿਆ ਸੀ, ਬਿਮਾਰ ਹੋਣ ਤੋਂ ਬਾਅਦ ਉੱਥੇ ਫਿਰ ਵੀ ਕਹਿੰਦੇ ਵੀ ਪਾਰਟੀਆਂ ਹੁੰਦੀਆਂ ਰਹੀਆਂ। ਉਹ ਜਿਹੜੀ ਹੁਣ ਗੱਲ ਉਹਦੇ ਨੂੰ ਆਪਾਂ ਤੁਰੀਏ ਕਿ ਜਿਹੜੀ ਉਹ ਪਾਰਟੀ ਗੇਟ ਦੀਆਂ ਹਾਲੇ ਵੀ ਜਿਹੜੀਆਂ ਕੁਛ ਲੁਕੀਆਂ ਛੁਪੀਆਂ ਚੀਜ਼ਾਂ ਹੈਗੀਆਂ ਉਹ ਬਾਹਰ ਆ ਰਹੀਆਂ ਹੈਗੀਆਂ, ਜਿਹੜੀਆਂ ਮੇਰੇ ਖਿਆਲ ਕਿਉਂਕਿ ਇਹਦਾ ਸੁਪਨਾ ਸੀ ਵੀ ਇਹ ਵਾਪਸ ਆ ਜਾਏਗਾ, ਉਹ ਹੁਣ ਫਿਰ ਬਾਹਰ ਆ ਰਿਹਾ। ਤੇ ਕਿਸੇ ਇੱਕ ਦੋ ਸਕਾਈ ਵਾਲਿਆਂ ਨੇ ਤਾਂ ਹੋਰ ਜਿਹੜੀਆਂ ਹੈਗੀਆਂ ਟੀਵੀ ਅਦਾਰੇ, ਉਹ ਕਹਿੰਦੇ ਹੈਗੇ ਵੀ ਇੱਕ ਲਾਈਵ ਸ਼ੋਅ ਜਾਂ ਕਿਹੜਾ ਹੈਗਾ ਇਹਨੂੰ ਮਤਲਬ ਉਹਦੇ ਤੇ ਹੋਰ ਮੈਨੂੰ ਲੱਗਦਾ ਚਰਚਿਤ ਕਰਕੇ ਜਾਂ ਰੌਸ਼ਨ ਕਰਕੇ ਸਾਹਮਣੇ ਲਿਆ ਜਾਵੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਜਿਹੜੇ ਟੋਰੀ ਪਾਰਟੀ ਨਾ ਜੌਨਸਨ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਚਰਚਾਵਾਂ ਹੋ ਰਹੀਆਂ ਹੈਗੀਆਂ, ਇਹ ਮੇਰਾ ਖਿਆਲ ਇਹਨਾਂ ਦੀ ਖੁਦਕੁਸ਼ੀ ਕਰਨ ਦੀ ਗੱਲ ਹੋਏਗੀ ਜੇ ਉਹ ਵਾਪਸ ਆ ਜਾਂਦਾ। ਤੇ ਇਹ ਜਿਹੜੀਆਂ ਉਹਦੀ ਪਾਰਟੀ ਗੇਟ ਦੀਆਂ ਚੱਕਰ ਹੈਗੇ ਆ ਉਹ ਤਾਂ ਚੱਲਦੇ ਹੀ ਰਹਿਣੇ। ਤੁਹਾਨੂੰ ਪਤਾ ਕਿ ਇੱਥੋਂ ਦੀਆਂ ਅਖਬਾਰਾਂ ਵਾਲੇ ਜਿਹੜੇ ਆ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ, ਉਹਨਾਂ ਨੂੰ ਕੋਈ ਨਾ ਕੋਈ ਗਰਮੋ ਗਰਮ ਟੌਪਿਕ ਚਾਹੀਦਾ ਹੁੰਦਾ। ਇਸ ਲਈ ਇਸ ਵੇਲੇ ਉਹਨਾਂ ਨੂੰ ਇਹ ਗਰਮ ਟੌਪਿਕ ਮਿਲਿਆ ਹੈਗਾ। ਤੁਸੀਂ ਦੇਖੋ, ਜਦੋਂ ਰਿਸ਼ੀ ਸੁਨਕ ਦੀ ਨੂੰ ਇਹਨਾਂ ਨੇ ਚੁਣਨਾ ਸੀਗਾ ਪਾਰਲੀਮੈਂਟਰੀ ਪਾਰਟੀ ਨੇ, ਤਾਂ ਉਸ ਵੇਲੇ ਵੀ ਬੜੇ ਉਤਸ਼ਾਹ ਦੇ ਨਾਲ ਬੋਰਿਸ ਜੌਨਸਨ ਅਮਰੀਕਾ ਤੋਂ ਭੱਜਾ ਆਇਆ ਕਿ ਵੇ ਮੈਂ ਦੁਬਾਰਾ ਜਾ ਕੇ ਖੜਦਾ, ਕਿਉਂਕਿ ਰਿਸ਼ੀ ਸੁਨਕ ਨੂੰ ਤਾਂ ਮੈਂ ਬਹੁਤ ਜਲਦੀ ਹੀ, ਬਹੁਤ ਸੌਖਾ ਹੀ ਆ ਕਿ ਉਹਨੂੰ ਮੈਂ ਹਰਾ ਦੂੰਗਾ, ਹਰਾ ਕੇ ਤਾਂ ਦੁਬਾਰਾ ਪ੍ਰਧਾਨ ਮੰਤਰੀ ਬਣ ਜਾਊਗਾ। ਲੇਕਿਨ ਉਹ ਵੀ ਸੂਤ ਨਹੀਂ ਆਇਆ ਹੈਗਾ। ਹੁਣ ਵੀ ਜੇਕਰ ਟੋਰੀ ਪਾਰਟੀ ਵਾਲੇ ਜੋ ਕਿਸੇ ਤਰ੍ਹਾਂ ਜੌਨਸਨ ਨੂੰ ਵਾਪਸ ਲਿਆਉਣਾ ਚਾਹੁੰਦੇ ਹੈਗੇ ਆ, ਦੇਖੋ ਇੱਥੋਂ ਦੀ ਆਮ ਜਨਤਾ ਜਿਹੜੀ ਆ ਚੁੱਪ ਰਹਿ ਸਕਦੀ ਆ, ਲੇਕਿਨ ਉਹ ਬੇਵਕੂਫ ਨਹੀਂ ਹੈਗੀ। ਉਹ ਦੇਖਦੇ ਆ ਕਿ ਕੌਣ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਹੜੇ ਡਰਾਮੇ ਆ, ਕਿਹੜੀ ਰਾਜਨੀਤੀ ਖੇਡੀ ਜਾ ਰਹੀ ਹੈਗੀ ਆ। ਬਾਕੀ ਜੇਕਰ ਆਪਾਂ ਦੇਖੀਏ ਰਿਸ਼ੀ ਸੁਨਕ ਦੇ, ਮੇਰਾ ਖਿਆਲ ਹੈ ਕਿ ਬਈ ਉਹਨੇ ਵੀ ਪ੍ਰਧਾਨ ਮੰਤਰੀ ਬਣਦੇ ਸਾਰੀ ਇਹ ਸੋਚ ਲਿਆ ਸੀਗਾ ਕਿ ਬਈ ਮੈਂ ਇਹਨਾਂ ਨੂੰ ਸਾਰਿਆਂ ਨੂੰ ਸਿੱਧੇ ਕਰਦਾ, ਇਹਨਾਂ ਨੂੰ ਮੈਂ ਹੀ ਠੀਕ ਕਰੂੰਗਾ। ਤੇ ਉਹਨੇ ਇਹ ਰੀਅਲਾਈਜ਼ ਨਹੀਂ ਕੀਤਾ ਕਿ ਜਿਹੜੇ ਯੂਕੇ ਦੇ ਵਿੱਚ ਜਿਹੜੀਆਂ ਯੂਨੀਅਨਸ ਹੈਗੀਆਂ, ਵਰਕਰਾਂ ਦੀਆਂ ਯੂਨੀਅਨਸ ਹੈਗੀਆਂ, ਉਹ ਬਹੁਤ ਹੀ ਤਾਕਤਵਰ ਤਾਕਤਾਂ ਹੈਗੀਆਂ, ਜਿਨ੍ਹਾਂ ਨੂੰ ਕਿ ਤੁਸੀਂ ਚੈਲੰਜ ਦੇ ਕੇ ਜਾਂ ਉਹਨਾਂ ਦੇ ਨਾਲ ਲੜਾਈ ਲੜ ਕੇ ਉਹਨਾਂ ਨੂੰ ਢਾਹ ਨਹੀਂ ਸਕਦੇ। ਦੇਖੋ, ਯੂਨੀਅਨ ਦਾ ਮਤਲਬ ਕੀ ਆ ਕਿ ਬਈ ਇਹ ਲੋਕਾਂ ਦਾ ਸੰਗਠਨ ਆ। ਤੇ ਰਿਸ਼ੀ ਸੁਨਕ ਨੇ, ਤੁਹਾਨੂੰ ਪਤਾ, ਆਉਂਦੇ ਸਾਰ ਹੀ ਇਹ ਇੰਪ੍ਰੈਸ਼ਨ ਦਿੱਤਾ ਕਿ ਬਈ ਮੈਂ ਇਹਨਾਂ ਨੂੰ ਸਿੱਧੇ ਕਰੂੰਗਾ। ਔਰ ਉਹਨੇ ਕੁਝ ਪਾਰਲੀਮੈਂਟ ਦੇ ਵਿੱਚ ਕਾਨੂੰਨ ਵੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਜੀ, ਮਿਨੀਮਮ ਸਰਵਿਸ ਹੋਣੀ ਚਾਹੀਦੀ ਆ, ਇਹ ਆ ਉਹ ਆ, ਇਸ ਤਰ੍ਹਾਂ ਦੀਆਂ, ਕਿ ਉਹਨੇ ਆਪਣੀ ਲੜਾਈ ਜਿਹੜੀ ਸੀ ਯੂਨੀਅਨਸ ਦੇ ਵਿਰੁੱਧ ਛੇੜ ਦਿੱਤੀ, ਜਿਹੜੀ ਕਿ ਤੁਹਾਨੂੰ ਪਤਾ ਸ਼੍ਰੀਮਤੀ ਥੈਚਰ ਜੀ ਨੇ ਵੀ ਛੇੜੀ ਸੀ। ਤੇ ਹੁਣ ਉਹ ਇਤਿਹਾਸ ਤਾਂ ਬਹੁਤਾ ਪੁਰਾਣਾ ਨਹੀਂ ਹੈਗਾ। ਉਹ ਟੋਰੀ ਪਾਰਟੀ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਵੀ ਉਹਦਾ ਨਤੀਜਾ ਕੀ ਨਿਕਲਿਆ ਸੀ। ਹੁਣ ਜੇਕਰ ਰਿਸ਼ੀ ਸੁਨਕ ਸਾਹਿਬ ਇਹਨਾਂ ਹੀ ਲੀਹਾਂ ਤੇ ਚੱਲਦੇ ਹੈਗੇ ਆ, ਤੇ ਮੇਰਾ ਖਿਆਲ ਨਹੀਂ ਹੈਗਾ ਕਿ ਬਈ ਉਹ ਟੋਰੀ ਪਾਰਟੀ ਨੂੰ ਜਨਰਲ ਇਲੈਕਸ਼ਨ ਦੇ ਵਿੱਚ ਜਿਤਾ ਸਕਣਗੇ। ਤੇ ਇਹਦਾ ਵੀ ਜਿਹੜਾ ਭਵਿੱਖ ਆ ਉਹ ਧੁੰਦਲਾ ਜਿਹਾ ਹੀ ਲੱਗਦਾ ਜੇਕਰ ਇਹੀ ਰਵੱਈਆ ਰਿਹਾ। ਕਰਨਾ ਕੀ ਚਾਹੀਦਾ ਕਿ ਯੂਨੀਅਨਸ ਦੇ ਨਾਲ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੇ, ਗੱਲਬਾਤ ਕਰਕੇ, ਕਿਉਂਕਿ ਇਹ ਚਾਂਸਲਰ ਰਹਿ ਚੁੱਕੇ ਆ, ਉਹਨਾਂ ਦੇ ਸਾਹਮਣੇ ਸਾਰੇ ਦਾ ਸਾਰਾ ਹਿਸਾਬ ਕਿਤਾਬ ਰੱਖ ਦੇਵੇ ਵੀ ਦੇਸ਼ ਦੀ ਆਹ ਸਿਚੁਏਸ਼ਨ ਹੈਗੀ ਆ, ਇਹਦੇ ਤੇ ਆਪਾਂ ਸਾਰੇ ਜਣੇ ਰਲ ਕੇ ਅਫੋਰਡ ਕਰ ਸਕਦੇ ਹਾਂ, ਤੇ ਆਹ ਚੀਜ਼ਾਂ ਆਪਾਂ ਅਫੋਰਡ ਨਹੀਂ ਕਰ ਸਕਦੇ। ਐਟ ਦਾ ਸੇਮ ਟਾਈਮ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ
ਕਿ ਕੀਮਤਾਂ ਦੇ ਵਿੱਚ ਬਹੁਤ ਵਾਧਾ ਹੋਇਆ ਹੈਗਾ, ਜਿਹੜੀ ਆਹ ਐਨਰਜੀ ਦੀਆਂ ਕ੍ਰਾਈਸਿਸ ਹੈਗੀਆਂ ਉਹਨੂੰ ਕਿਸ ਤਰ੍ਹਾਂ ਸੋਲਵ ਕਰਨਾ, ਸਮਾਂ ਉਹਨਾਂ ਦੀ ਸਲਾਹ ਪੁੱਛੇ ਕਿ ਆਪਣੇ ਸਾਹਮਣੇ ਆਹ ਸਮੱਸਿਆਵਾਂ ਖੜੀਆਂ ਹੈਗੀਆਂ, ਯੂਨੀਅਨ ਦੇ ਲੀਡਰੋ, ਕਿ ਆਪਾਂ ਰਲ ਮਿਲ ਕੇ ਇਹਨਾਂ ਦਾ ਹੱਲ ਕਿਸ ਤਰ੍ਹਾਂ ਲੱਭ ਸਕਦੇ ਹਾਂ। ਬਾਕੀ ਰਹਿ ਗਈ ਨੈਸ਼ਨਲ ਹੈਲਥ ਸਰਵਿਸ ਦੀ ਗੱਲ, ਉੱਥੇ ਵੀ ਜਿਹੜੀਆਂ ਨਰਸਿਸ ਆ ਉਹਨਾਂ ਦੇ ਨਾਲ ਜਿਹੜੀ ਲੜਾਈ ਮੁੱਲ ਲੈਣੀ ਆ, ਮੇਰਾ ਖਿਆਲ ਇਹ ਇੱਕ ਪ੍ਰਧਾਨ ਮੰਤਰੀ ਦਾ ਰਵੱਈਆ ਠੀਕ ਨਹੀਂ ਲੱਗਦਾ। ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਵੀ ਨਰਸਿਸ ਨੇ ਜਿਹੜਾ ਪੈਂਡੈਮਿਕ ਆ ਉਹਦੇ ਦੌਰਾਨ ਇਕੱਲੇ ਨਰਸਿਸ ਨੇ ਨਹੀਂ, ਉੱਥੇ ਡਾਕਟਰਾਂ ਨੇ ਵੀ ਕੀ ਕਹਿੰਦੇ ਹੁੰਦੇ ਆ ਸ਼ਹੀਦੀਆਂ ਦਿੱਤੀਆਂ, ਮੈਂ ਤਾਂ ਇਹ ਸ਼ਬਦ ਵਰਤੂੰਗਾ ਕਿ ਉਹਨਾਂ ਨੇ ਮਿਹਨਤ ਵੀ ਬਹੁਤ ਕੀਤੀ ਆ। ਜੇਕਰ ਇਨਫਲੇਸ਼ਨ ਦੇ ਕਰਕੇ ਇੱਥੇ ਸੰਕਟ ਆਇਆ ਹੈਗਾ, ਉਹ ਨਰਸਾਂ ਤੇ ਆਇਆ ਹੈਗਾ, ਉਹ ਵੀ ਡਿਜ਼ਰਵ ਕਰਦੇ ਆ ਵਰਕਰਸ ਨੈਸ਼ਨਲ ਹੈਲਥ ਸਰਵਿਸ ਦੇ, ਕਿ ਬਈ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਵਧਾਈ ਜਾਵੇ, ਔਰ ਇਹਨੂੰ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਇੱਕ ਕਮਰੇ 'ਚ ਬਿਠਾ ਕੇ ਦੱਸ ਦੇਣਾ ਚਾਹੀਦਾ ਵੀ ਆਪਣਾ ਦੇਸ਼ ਜਿਹੜਾ ਆ ਸਿਰਫ ਇੰਨਾ ਅਫੋਰਡ ਕਰ ਸਕਦਾ, ਜੇ ਆਪਾਂ ਰਲ ਮਿਲ ਕੇ ਕੰਮ ਕਰਦੇ ਹਾਂ ਤੇ ਆਪਾਂ ਕਾਮਯਾਬ ਵੀ ਹੋ ਸਕਦੇ ਹਾਂ। ਜਿਹੜਾ ਕਿ ਮੇਰਾ ਖਿਆਲ ਹੈ ਇਹਨੇ ਰਵੱਈਆ ਅਖਤਿਆਰ ਨਹੀਂ ਕੀਤਾ, ਇਹਨੇ ਉਹਨਾਂ ਦੇ ਨਾਲ ਲੜਾਈ ਛੇੜੀ ਆ, ਔਰ ਜੇਕਰ ਯੂਨੀਅਨਸ ਦੇ ਨਾਲ ਲੜਾਈ ਹੁੰਦੀ ਆ ਤੇ ਉਹਦਾ ਤੁਹਾਨੂੰ ਪਤਾ ਹੀ ਆ ਕਿ ਉਹਦੇ ਵਿੱਚੋਂ ਜੇਤੂ ਕੌਣ ਹੁੰਦਾ। ਉਹਦੇ ਵਿੱਚੋਂ ਮੇਰਾ ਖਿਆਲ ਨਹੀਂ ਜਿਹੜੇ ਰਿਸ਼ੀ ਸੁਨੈਕ ਸਾਹਿਬ ਆ ਇਹ ਜੇਤੂ ਬਣ ਕੇ ਬਾਹਰ ਆ ਸਕਦੇ ਆ। ਹਾਂਜੀ, ਇਹਦੇ 'ਚ ਜਿਹੜੀ ਇੱਕ ਹੋਰ ਗੱਲ ਆਈ ਸੀ, ਇੱਕ ਤੁਹਾਨੂੰ ਪਤਾ ਹੀ ਹੋਣਾ ਹੈਗਾ ਵੀ ਇੱਥੇ ਇੱਕ ਆਮ ਤੌਰ ਤੇ ਕਹਾਵਤ ਬਣੀ ਹੋਈ ਹੈ ਕਿ ਜੇ ਤਾਂ ਕੋਰਟ ਤੋਂ ਬਾਹਰ ਕੋਈ ਫੈਸਲਾ ਹੁੰਦਾ ਉਹਨੂੰ ਕੈਂਗਰੂ ਕੋਰਟ ਕਹਿੰਦੇ ਆ। ਉਹਦਾ ਇੱਕ ਮਤਲਬ ਇਹਨਾਂ ਨੇ ਬਣਾਇਆ ਹੋਏਗਾ, ਜਿੱਦਾਂ ਆਪਾਂ ਸੇਇੰਗ ਹੁੰਦੀਆਂ ਨਾ, ਦੇ ਮੁਹਾਵਰੇ ਹੁੰਦੇ ਆ। ਹਾਂਜੀ, ਹਾਂਜੀ, ਉਹ ਕੀ ਇਹ ਗੱਲ ਜਿਹੜੀ ਹੈਗੀ ਹੈ ਜੌਨਸਨ ਦੀ ਪਾਰਟੀ ਗੇਟ ਦੀ, ਜਿਹੜੇ ਇਹ ਬ੍ਰੌਡਕਾਸਟ ਆਪਣੀ ਕੰਪਨੀਆਂ ਕਹਿੰਦੀਆਂ ਵੀ ਅਸੀਂ ਇਹਨੂੰ ਬ੍ਰੌਡਕਾਸਟ ਕਰਨਾ, ਰਾਦਰ ਦੈਨ ਕਿ ਇਹ ਜਿਹੜੀ ਪ੍ਰਿਵਿਲੇਜਸ ਕਮੇਟੀ ਹੈ ਜਿਹਦੇ ਕੋਲ ਇਹ ਕੇਸ ਗਿਆ ਹੈਗਾ, ਉਹ ਇਹਨੂੰ ਡਿਸਾਈਡ ਕਰਕੇ ਦੱਸਣ ਪਏ ਹਾਂ ਇਹ ਕਿੱਥੇ ਕੁ ਤੱਕ ਇਹ ਸੱਚ ਆ, ਕੀ ਇਹਦੇ ਵਿੱਚ ਹੈਗਾ, ਰਾਦਰ ਦੈਨ ਕਿ ਇਹਨੂੰ ਮਤਲਬ ਕੈਂਗਰੂ ਕੋਰਟ ਦਾ ਭਾਵ ਹੈਗਾ ਵੀ ਬ੍ਰੌਡਕਾਸਟਰ ਕਰਕੇ ਆਪਣਾ ਡਿਸੀਜਨ ਦੇ ਕੇ ਉਹਦੇ ਤੇ ਉਹ ਲਿਆ ਕੇ ਮੱਥਣ ਪਏ ਹਾਂ ਜੀ ਇਹ ਬੰਦਾ ਗਿਲਟੀ ਹੈਗਾ। ਇਹ ਤਾਂ ਨਹੀਂ ਨਾ ਹੋਣਾ ਚਾਹੀਦਾ ਹੈਗਾ ਕਿ ਮਤਲਬ ਵੀ ਜਿਹੜੇ ਬ੍ਰੌਡਕਾਸਟਰ ਹੈਗੇ ਆ ਇਹਨਾਂ ਦੇ ਹੱਥ ਵਸ ਦੇ ਕੇ ਵੀ ਲੋਕਾਂ ਨੂੰ ਦੱਸ ਦੇਣਾ ਹਾਂਜੀ ਵੀ ਇਹ ਬੰਦੇ ਦੀ ਆਹ ਗਲਤੀਆਂ ਉਹ ਗਲਤੀਆਂ। ਜਿੰਨੀ ਦੇਰ ਜਿਹੜਾ ਪ੍ਰੋਪਰ ਪ੍ਰੋਸੀਜਰ ਹੈਗਾ ਜਿਹਦੇ ਵਿੱਚ ਹੀ ਜਾ ਕੇ ਪ੍ਰਿਵਿਲੇਜ ਕਮੇਟੀ ਦੇ ਕੋਲ ਹਲੇ ਪਹੁੰਚੀ ਹੋਈ ਗੱਲ, ਜਦ ਤੱਕ ਉਹ ਇਹਨੂੰ ਡਿਸਾਈਡ ਨਹੀਂ ਕਰਦੇ, ਤੇ ਕੀ ਇਹ ਕੈਂਗਰੂ ਕੋਡ ਜਿਹੜਾ ਇਹਨਾਂ ਨੇ ਅਖਬਾਰਾਂ ਨੇ ਲਿਖਿਆ ਹੈਗਾ ਕਿ ਇਹ ਜਾਇਜ਼ ਹੈਗਾ ਵੀ ਇਸ ਤਰ੍ਹਾਂ ਇਸ ਜਿੰਨੀ ਵੀ ਜਿਹੜੀ ਇਹ ਸਾਰਾ ਰੌਲਾ ਹੈਗਾ ਇਹਨੂੰ ਇਸ ਤਰ੍ਹਾਂ ਸਮੇਟਿਆ ਜਾਵੇ। ਦੇਖੋ ਇਹ ਵੀ ਤੁਹਾਨੂੰ ਪਤਾ ਹੀ ਹੈ ਇੱਥੋਂ ਦੀਆਂ ਜਿਹੜੀਆਂ ਅਖਬਾਰਾਂ ਉਹਨਾਂ ਦਾ ਰਵੱਈਆ ਕੀ ਹੁੰਦਾ, ਤੇ ਬਾਕੀ ਜਿਹੜਾ ਜੌਨਸਨ ਆ ਉਹਦੇ ਵਿੱਚ ਫਸਿਆ ਹੈਗਾ, ਉਹਨੂੰ ਵੀ ਮੇਰਾ ਖਿਆਲ ਆ ਕਿ ਬਈ ਇਹ ਜਿਹੜਾ ਮਸਲਾ ਆ, ਜੇ ਤਾਂ ਉਹ ਟੋਰੀ ਪਾਰਟੀ ਦੇ ਵਿੱਚ ਐਜ਼ ਏ ਕੈਂਡੀਡੇਟ ਆਉਂਦਾ ਤੇ ਮੇਰਾ ਖਿਆਲ ਹੈ ਉਹ ਟੋਰੀ ਪਾਰਟੀ ਦੇ ਲਈ ਬਹੁਤ ਵੱਡੀ ਖਤਰਨਾਕ ਚੀਜ਼ ਹੋਏਗੀ। ਤੇ ਬਾਕੀ ਇਹ ਜਿਹੜਾ ਮਸਲਾ ਹੈਗਾ ਪਾਰਟੀ ਗੇਟ ਦਾ, ਕੈਂਗਰੂ ਕੋਰਟ ਕਹਿ ਲਓ, ਕੁਝ ਵੀ ਕਹਿ ਲਓ, ਜੇਕਰ ਉਹਦੇ ਤੇ ਪਰਸਨਲੀ ਆਉਂਦਾ ਆ ਤੇ ਉਹਨੂੰ ਫੈਸਲਾ ਕਰਨਾ ਪਏਗਾ ਕਿ ਪਰਸਨਲੀ ਉਹਦੇ ਲਈ ਕਿਹੜੀ ਚੀਜ਼ ਫਾਇਦੇਮੰਦ ਹੈਗੀ ਆ। ਸੋ ਸਵਾਲ ਜੇ ਪੋਲਿਟਿਕਸ ਦਾ ਲਈਏ ਤੇ ਉਹਦੇ ਵਿੱਚ ਟੋਰੀ ਪਾਰਟੀ ਦਾ ਬਹੁਤ ਨੁਕਸਾਨ ਵੀ ਹੋ ਸਕਦਾ ਜੇਕਰ ਉਹ ਬ੍ਰੌਡਕਾਸਟ ਕੀਤੀ ਜਾਂਦੀ ਹੈਗੀ ਆ ਕੋਰਟ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਹੈਗੀਆਂ। ਤੇ ਜੇਕਰ ਸਿਰਫ ਇਹ ਲਾਗੂ ਰਹਿੰਦਾ ਆ ਬੋਰਿਸ ਜੌਨਸਨ ਦੇ ਪਰਸਨਲੀ ਤੌਰ ਤੇ, ਤਾਂ ਉਹ ਫਿਰ ਬੋਰਿਸ ਜੌਨਸਨ ਦਾ ਜਿਹੜਾ ਆ ਨਿੱਜੀ ਮਸਲਾ ਬਣ ਜਾਂਦਾ, ਨਾ ਕਿ ਉਹ ਕਿਸੇ ਪਾਰਟੀ ਦਾ ਮਸਲਾ ਬਣ ਜਾਂਦਾ। ਉਹਦੇ ਤੇ ਇਹਨੂੰ ਫੈਸਲਾ ਕਰਨਾ ਪਊਗਾ। ਸੋ ਆਪਾਂ ਤਾਂ ਸਿਰਫ ਇੰਤਜ਼ਾਰ ਹੀ ਕਰ ਸਕਦੇ ਹਾਂ ਕਿ ਦੇਖਦੇ ਹਾਂ ਕਿ ਬਈ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਇਸ ਮੁੱਦੇ ਤੇ ਵੀ ਕੀ ਫੈਸਲੇ ਹੁੰਦੇ ਆ, ਕੌਣ ਕਿਹੜਾ ਰਵੱਈਆ ਅਖਤਿਆਰ ਕਰਦਾ, ਤੇ ਉਹਦੇ ਤੋਂ ਹੀ ਦੇਖਿਆ ਜਾ ਸਕਦਾ ਵੀ ਇਹ ਗੱਲ ਕਿੱਧਰ ਨੂੰ ਜਾਂਦੀ ਹੈਗੀ ਆ। ਜੀ ਹਾਂਜੀ, ਇਹ ਦੇਖੋ ਗੱਲ ਤੇ ਦੋਹੀਂ ਪਾਸੇ ਹੈ ਕਿ ਜੋ ਇਸ ਵੇਲੇ ਸਮੱਸਿਆ, ਜੋ ਵੀ ਇਸ਼ੂਜ਼ ਇਸ ਵੇਲੇ ਖੜੇ ਹੈਗੇ ਆ ਮੁਲਕ ਦੇ ਲਈ, ਪਾਰਟੀ ਕੋਈ ਵੀ ਆ ਜਾਵੇ, ਕੀ ਜਾਣੀ ਜੋ ਕੁਛ ਇਹ ਸਾਹਮਣੇ ਆ ਰਿਹਾ ਹੈਗਾ ਇਨਫਲੇਸ਼ਨ ਦਾ ਹੈਗਾ, ਜਾਂ ਕਿਉਂਕਿ ਬਹੁਤ ਦਾ ਬਲੇਮ ਕੀਤਾ ਜਾ ਰਿਹਾ ਵੀ ਯੂਕਰੇਨ ਦੀ ਲੜਾਈ ਦੇ ਉੱਤੋਂ ਸਾਨੂੰ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ, ਹਾਲਾਂਕਿ ਪੈਟਰੋਲ ਦੀ ਪ੍ਰਾਈਸ ਮੁੜ ਕੇ ਫਿਰ ਥੱਲੇ ਆ ਗਈ ਹੈਗੀ ਆ, ਪਰ ਇਹ ਸਾਰਾ ਕੁਝ ਜਿੰਨਾ ਵੀ ਹੈਗਾ ਕੀ
ਇਹ ਆਉਣ ਵਾਲੀ ਚਾਹੇ ਲੇਬਰ ਗਵਰਨਮੈਂਟ ਹੈ, ਚਾਹੇ ਜਿਹੜੀ ਵੀ ਗਵਰਨਮੈਂਟ ਆਏਗੀ ਹੈ, ਤੇ ਇਹਨੂੰ ਸਾਰੇ ਨੂੰ ਸੁਲਝਾਉਣ ਦੇ ਲਈ ਬੜਾ ਸਮਾਂ ਚਾਹੀਦਾ ਹੈ। ਪਰ ਇੱਕ ਹੋਰ ਬੜਾ ਸਵਾਲ ਆਪਣੇ ਸਾਹਮਣੇ ਆਇਆ, ਜਿਹੜੇ ਇਹ ਫਿਗਰਸ ਜਿਹੜੇ ਆਪਣੇ ਅੰਕੜੇ ਸਾਹਮਣੇ ਆਏ ਹੈਗੇ ਆ, ਕਿ ਤਕਰੀਬਨ 13,000 ਲੋਕ ਜਿਹੜੇ ਅਸਾਈਲਮ ਦੀਆਂ ਐਪਲੀਕੇਸ਼ਨ ਜਿਨ੍ਹਾਂ ਨੇ ਦਿੱਤੀਆਂ ਹੋਈਆਂ ਹੈਗੀਆਂ, ਉਹ ਲੋਕ ਤਕਰੀਬਨ 10 ਕੁ ਸਾਲ ਤੋਂ ਦੇ ਲਾਗੇ ਛਾਗੇ ਰਹਿ ਰਹੇ ਹੈਗੇ। ਤੇ ਕੁਛ ਜਿਹੜੇ ਅੰਕੜੇ ਆਪਣੇ ਕੋਲ ਆਏ ਹੈਗੇ ਆ ਵੀ ਜਿਹੜੇ 13,000 ਤਾਂ ਜਿਹੜਾ ਹੈਗਾ ਜਿਹਨਾਂ ਨੂੰ 10 ਸਾਲ ਹੋ ਗਏ ਆ, ਤੇ ਉਹ ਤੋਂ ਬਾਅਦ ਤਕਰੀਬਨ 3,000 ਲੋਕ ਹੈਗੇ ਜਿਨ੍ਹਾਂ ਦੇ 9 ਕੁ ਸਾਲ ਹੋ ਗਏ ਜਾਂ 8-9 ਸਾਲ ਹੈਗੇ ਆ। ਤੇ ਉਹ ਇਸ ਤਰ੍ਹਾਂ ਮਤਲਬ ਫਿਗਰ ਜਿਹੜੇ ਸਾਡੇ ਸਾਹਮਣੇ ਆਉਂਦੇ, ਤਕਰੀਬਨ ਟੋਟਲ 60,000 ਲੋਕ ਆ ਜਿਹੜੇ ਮਤਲਬ ਅਸਾਈਲਮ ਦੀ ਐਪਲੀਕੇਸ਼ਨ ਦੇ ਲਈ ਉਡੀਕ ਰਹੇ ਹੈਗੇ ਆ। ਤੇ ਭਾਵਾਂ ਇਹ ਜਿਹੜੀ ਗਵਰਨਮੈਂਟ ਦੀ ਜਿਹੜੀ ਅਸਾਈਲਮ ਜਾਂ ਜਿਹੜੇ ਹੋਮ ਆਫਿਸ ਦੇ ਵਰਕਰ ਹੈਗੇ ਆ, ਬੜਾ ਕੁਛ ਹੈਗਾ, ਤੇ ਉੱਥੇ ਵੀ ਕਾਮਿਆਂ ਦਾ ਘਾਟਾ ਹੈਗਾ। ਹਾਲਾਂਕਿ ਕਈ ਲੋਕ ਉਹਨਾਂ ਨੇ ਲਿਆ ਕੇ ਕੀਤੇ ਤਾਂ ਕਿ ਇਹਨਾਂ ਨੂੰ ਸੁਲਝਾਇਆ ਜਾਵੇ। ਜੇ ਇੰਨੇ ਲੋਕ ਬਲਦੇਵ ਜੀ ਸਿਰਫ ਅਸਾਈਲਮ ਸੀਕਰ ਦੇ ਨਾਲ ਹੈਗੇ, ਤੇ ਜਿਹੜੇ ਬਾਕੀ ਦੇ ਹੋਰ ਲੋਕ ਹਾਲੇ ਵੀ ਹੈਗੇ ਜਿਹੜੇ ਇਲੀਗਲੀ ਇੱਥੇ ਆਏ ਹੋਏ ਆ, ਚਾਹੇ ਉਹ ਅਸਾਈਲਮ ਹੈਗੇ ਨੇ, ਚਾਹੇ ਉਹ ਹੋਰ ਹੈਗੇ ਨੇ। ਸੋ ਇਹ ਪਤਾ ਵੀ ਹੈਗਾ ਗਵਰਨਮੈਂਟ ਨੂੰ ਇਹੋ ਜਿਹੀ ਚੀਜ਼ ਹੀ ਹੈਗੀ, ਕਿਉਂਕਿ ਜਿਹੜਾ ਸਿਰਫ ਆਹ ਨਹੀਂ ਗੱਲ ਹੈਗੀ ਸਿਰਫ ਆਪਣੀ ਇਨਫਲੇਸ਼ਨ ਦੀ ਗੱਲ, ਜਾਂ ਹੋਰ ਇਹੋ ਜਿਹੇ ਹੋਰ ਵੀ ਮਸਲੇ ਜਿਹੜੇ ਹੈਗੇ ਆ ਉਹ ਗਵਰਨਮੈਂਟ ਦੇ ਸਾਹਮਣੇ ਇਹ ਪਏ ਹੈਗੇ ਆ। ਤੇ ਉਹਨਾਂ ਕੇਸਿਸ ਨੂੰ ਜੇ ਹੁਣ 10 ਸਾਲ ਹੋ ਗਏ ਕਿਸੇ ਬੰਦੇ ਨੂੰ ਇੱਥੇ ਰਹਿੰਦੇ ਆ, ਹਾਲੇ ਤੱਕ ਉਹਦੀ ਸੁਣਾਈ ਨਹੀਂ ਹੋਈ, ਉਹਨੂੰ ਕਿਸੇ ਪਾਸੇ ਨਹੀਂ ਲਾਇਆ ਜਾ ਰਿਹਾ ਹੈਗਾ। ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਫਿਗਰ ਹੈਗੇ ਉਹ ਵੱਧਦੇ ਹੀ ਜਾਣੇ ਆ, ਘਟਣੇ ਤਾਂ ਹੈ ਨਹੀਂ। ਕਿਉਂਕਿ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ, ਚਾਹੇ ਹੁਣ ਯੂਕਰੇਨ ਤੇ ਹੈਗੇ ਆ, ਜਾਂ ਜਿੱਥੇ ਵੀ ਲੜਾਈਆਂ ਕੋਈ ਹੁੰਦੀਆਂ ਜਾਂ ਕੋਈ ਹੁੰਦਾ, ਉਹ ਲੋਕ ਫਿਰ ਨੱਠਦੇ ਆ ਵੀ ਜਿਹੜੀਆਂ ਸਟੇਬਲ ਕੰਟਰੀ ਹੈਗੀਆਂ ਉੱਥੇ ਜਾ ਕੇ ਉਹ ਪਨਾਹ ਲੈ ਸਕਣ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਸੋ ਇਹ ਦੇਖੋ ਵੀ ਇਹ ਕਿੱਦਾਂ ਇੰਨੀ ਜਲਦੀ ਇਹਨੂੰ ਸੁਲਝਾ ਸਕਣਗੇ। ਹਾਂਜੀ, ਸਦੂਲ ਜੀ, ਤੁਹਾਨੂੰ ਵੀ ਯਾਦ ਆ ਕਿ ਤੁਸੀਂ ਵੀ ਬਹੁਤ ਦੇਰ ਤੋਂ ਇਸ ਮੁਲਕ ਦੇ ਵਿੱਚ ਰਹਿ ਰਹੇ, ਮੈਂ ਵੀ ਰਹਿ ਰਿਹਾ ਹੈਗਾ, ਕਿ ਇੱਥੇ ਇਸ ਮੁਲਕ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਸਮੱਸਿਆ ਹੈਗੀ ਆ, ਉਹ ਤਾਂ ਇੱਕ ਸਦਾ ਦਾ ਰੋਗ ਬਣ ਕੇ ਰਹਿ ਗਿਆ ਯੈਸ, ਹੈਗਾ। ਕਿ ਇਹ ਸਮੱਸਿਆ ਕਦੇ ਵੀ, ਤੁਹਾਨੂੰ ਪਤਾ 60s ਦੇ ਵਿੱਚ, 70s 80s 90s ਦੇ ਵਿੱਚ ਵੀ ਇਹ ਚੱਕਰ ਚੱਲਦੇ ਹੁੰਦੇ ਸੀ। ਲੇਕਿਨ ਲੱਗਦਾ ਇਹ ਹੈ ਕਿ ਭਈ ਇੱਥੋਂ ਦੀਆਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ, ਲੇਬਰ ਆਉਂਦੀ ਜਾਂ ਟੋਰੀ ਆਉਂਦੀ ਆ, ਉਹਨਾਂ ਦੇ ਕੋਲ ਜਿਹੜੀ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੈਗਾ। ਉਹ ਸਿਰਫ ਉਸ ਨੂੰ ਸਥਗਿਤ ਕਰਦੇ ਰਹਿੰਦੇ ਆ ਕਿ ਭਈ ਹਾਂ ਜੀ ਹੌਲੀ ਹੌਲੀ ਹੁੰਦਾ ਰਹੂਗਾ। ਤੇ ਉਹ ਗੱਲ ਵੀ ਇੱਥੋਂ ਤਾਈਂ ਪਹੁੰਚਦੀ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭਈ 60,000 ਦੇ ਨੇੜੇ ਤੇੜੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਪਿਛਲੇ 10 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹੈਗੇ ਆ ਕਿ ਭਈ ਕੋਈ ਫੈਸਲਾ ਮਿਲੇ। ਅੱਛਾ, ਜਿਹੜੀਆਂ ਇੱਥੋਂ ਦੀਆਂ ਕਚਹਿਰੀਆਂ ਹੈਗੀਆਂ ਜਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਢਾਂਚਾ ਹੈਗਾ, ਉਹ ਇਹਨਾਂ ਕੇਸਿਸ ਨੂੰ ਕਿਸ ਤਰ੍ਹਾਂ ਹੈਂਡਲ ਕਰਦਾ ਹੈਗਾ, ਉਹ ਹੌਲੀ-ਹੌਲੀ, ਕਿਉਂਕਿ ਉਹਦੀ ਜ਼ਿੰਮੇਵਾਰੀ ਨਾ ਟੋਰੀ ਲੈਂਦੇ ਆ, ਨਾ ਉਹ ਜਿਹੜੀ ਆ ਲੇਬਰ ਪਾਰਟੀ ਦੀ ਸਰਕਾਰ ਜੇ ਆਉਂਦੀ ਆ ਤੇ ਉਹ ਲੈਂਦੀ ਹੈਗੀ। ਹੁਣ ਮੰਨ ਲਓ ਵੀ 1.5 ਸਾਲ ਬਾਅਦ ਲੇਬਰ ਦੀ ਸਰਕਾਰ ਆ ਜਾਂਦੀ ਆ, ਤੇ ਉਹਨਾਂ ਨੇ ਇਹੀ ਕਹਿਣਾ ਆ ਕਿ ਬਈ ਟੋਰੀ ਪਾਰਟੀ ਨੇ ਜੋ 2 ਟਰਮਸ ਇਹਨਾਂ ਨੂੰ ਮਿਲੀਆਂ ਸੀ, ਉਹਨਾਂ ਦੇ ਵਿੱਚ ਇਹਨਾਂ ਨੇ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਹੱਲ ਕੋਈ ਨਹੀਂ ਲੱਭਿਆ। ਲੇਕਿਨ ਜਿਹੜੀ ਸਮੱਸਿਆ ਆ ਇਹਨਾਂ ਨੇ ਸਾਡੇ ਪੱਲੇ ਪਾ ਦਿੱਤੀ ਹੈਗੀ ਆ, ਤੇ ਉਹ ਅਸੀਂ ਹੌਲੀ-ਹੌਲੀ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਉਹ ਹੌਲੀ-ਹੌਲੀ ਦਾ ਮਤਲਬ ਕਿ ਉਹਨਾਂ ਨੂੰ ਜਿਹੜੀ 5 ਸਾਲ ਦੀ ਜਾਂ 6 ਸਾਲ ਦੀ ਟਰਮ ਮਿਲਦੀ ਹੈਗੀ ਆ, 4 ਸਾਲ ਦੀ, ਉਹ ਉਹਨਾਂ ਨੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਨਿਭਾ ਦੇਣੀ ਹੈ। ਇਹਦਾ ਹੱਲ ਉਹਨਾਂ ਨੂੰ ਫੇਰ ਨਹੀਂ ਲੱਭਣਾ ਹੈਗਾ। ਆਹ ਜਿਹੜੀ ਜਦੋਂ ਪਹਿਲਾਂ ਆਪਣੇ ਪਹਿਲੀ ਹੋਮ ਮਿਨਿਸਟਰ ਹੁੰਦੀ ਸੀਗੀ ਆਪਣੀ ਪਟੇਲ, ਉਹਨੇ ਵੀ ਉਹ ਜਿਹੜੀ ਅਫਰੀਕਾ 'ਚ ਇਹਨਾਂ ਨੂੰ ਭੇਜਣ ਦਾ ਸ਼ੋਸ਼ਾ ਜਿਹਾ ਛੱਡਿਆ ਸੀਗਾ ਕਿ ਬਈ ਉੱਥੇ ਦੇ ਇੱਕ ਮੁਲਕ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇ। ਉਹ ਵੀ ਇਹਨਾਂ ਦਾ ਕਦੇ ਮੇਰਾ ਖਿਆਲ ਨਹੀਂ ਹੈ ਕਾਮਯਾਬ ਹੋਏਗਾ, ਕਿਉਂਕਿ ਜਿਹੜੀਆਂ ਇੱਥੇ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਹੈਗੀਆਂ, ਉਹ ਇਸ ਤਰ੍ਹਾਂ ਦਾ ਕਦਮ ਇਹਨਾਂ ਦੀ ਸਰਕਾਰ ਨੂੰ ਕਦੇ ਵੀ ਚੱਕਣ ਨਹੀਂ ਦੇਣਗੀਆਂ। ਇਸੇ ਕਰਕੇ ਇਹ ਜਿਹੜੇ ਮਸਲੇ ਹੈਗੇ ਆ ਕਚਹਿਰੀਆਂ ਦੇ ਵਿੱਚ ਹੌਲੀ-ਹੌਲੀ ਲਟਕਦੇ ਰਹਿੰਦੇ ਆ, ਜਦ ਤਾਈਂ ਸਰਕਾਰ ਬਦਲਣ ਦਾ ਮੌਕਾ ਆ ਜਾਂਦਾ ਤੇ ਉਹਦੇ ਤੇ ਫਿਰ ਉਹ ਸਾਰਾ ਹੀ ਠੱਪ ਹੋ ਜਾਂਦਾ ਵੀ ਚਲੋ ਜਿਹੜੇ ਕਚਹਿਰੀਆਂ ਦੇ ਵਿੱਚ ਇਹ ਮਸਲੇ ਚੱਲਦੇ ਰਹਿਣ ਦਿਓ, ਤੇ ਅਗਲੀ ਸਰਕਾਰ ਦਾ ਦੇਖਦੇ ਆ ਕਿ ਬਈ ਉਹ ਕਿਹੜੀ ਆਉਂਦੀ ਆ, ਉਹ ਇਹਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।
ਸਿਰਫ ਇੱਥੇ ਹੀ ਰਹਿ ਜਾਂਦਾ ਕਿ ਬਈ ਉਹ ਕੋਸ਼ਿਸ਼ ਕਰਦੀਆਂ ਹੀ ਰਹਿ ਜਾਂਦੀਆਂ, ਲੇਕਿਨ ਉਹ ਜਿਹੜੀ ਸਮੱਸਿਆ ਆ ਉਹ ਉਵੇਂ ਦੀ ਉਵੇਂ ਖੜੀ ਰਹਿੰਦੀ ਆ। ਤੋ ਇਹ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਹੈਗਾ, ਹਿਸਟਰੀ ਤਾਂ ਇਹੀ ਦੱਸਦੀ, ਇਤਿਹਾਸ ਇਹੀ ਦੱਸਦਾ ਵੀ ਨਾ ਇਹ ਕਦੇ ਹੱਲ ਹੋਇਆ ਤੇ ਨਾ ਇਹ ਇਹਨੇ ਹੋਣਾ ਹੋਣਾ ਹੀ ਆ, ਤੇ ਇਸੇ ਤਰ੍ਹਾਂ ਹੀ ਇਹਨੇ ਲਟਕਦਾ ਰਹਿਣਾ। ਤੇ ਇੱਥੇ ਜਿਹੜੇ ਲੋਕ ਤੁਸੀਂ 60,000 ਦੇ ਅੰਕੜੇ ਦਿੱਤੇ ਹੈਗੇ ਆ, ਉਹ ਲੋਕ ਵੀ, ਉਹਨਾਂ ਦਾ ਫੈਸਲਾ ਵੀ ਹੌਲੀ ਹੌਲੀ ਹੁੰਦਾ ਬਹੁਤ ਸਾਰਿਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲ ਜਾਣੀ ਆ, ਕਿਉਂਕਿ ਇੱਥੇ ਵੀ ਜਿਹੜੇ ਕਾਮਿਆਂ ਦੀ ਘਾਟ ਹੈਗੀ ਆ। ਇਸ ਲਈ ਦੋਨੋਂ ਹੀ ਪਾਸੇ ਹੁੰਦਾ ਕਿ ਉਹ ਜਿਹੜੇ ਕਾਮੇ ਆ ਉਹਨਾਂ ਨੂੰ ਇੱਥੇ ਦੀ ਰਹਿਣ ਦੀ ਆਗਿਆ ਮਿਲ ਜਾਂਦੀ ਆ, ਤੇ ਇਹਨਾਂ ਦੀ ਜਿਹੜੀ ਕੰਮਾਂ ਤੇ ਕਾਮਿਆਂ ਦੀ ਲੋੜ ਹੈਗੀ ਆ, ਉਹਦੇ ਨਾਲ ਇਹਨਾਂ ਨੂੰ ਹੋਰ ਕਾਮੇ ਮਿਲ ਜਾਂਦੇ ਹੈਗੇ ਆ। ਸੋ ਦੇਖਦੇ ਆ ਕਿ ਬਈ ਜਿੱਦਾਂ ਮੈਂ ਕਿਹਾ ਇਹ ਹੈਗਾ ਕਿ ਬਈ ਇਹ ਸਮੱਸਿਆ ਦਾ ਹੱਲ ਤਾਂ ਹੋਣਾ ਨਹੀਂ, ਇਹ ਦੇਖਦੇ ਆ ਕਿ ਬਈ ਇਹ ਸਮੱਸਿਆ ਕਿਹੜੀ ਪਾਰਟੀ ਦੇ ਪੱਲੇ ਪੈਂਦੀ ਹੈਗੀ ਆ ਜੀ। ਹਾਂਜੀ, ਤੇ ਇਸੇ ਤਰ੍ਹਾਂ ਜਿਹੜੀ ਹੁਣ ਮੈਂ ਪਹਿਲਾਂ ਥੋੜ੍ਹੀ ਗੱਲਾਂ ਕਰਦਿਆਂ ਮੈਂ ਡਾਕਟਰਸ ਦੀ ਜਾਂ ਨਰਸਿਸ ਦੀ ਗੱਲ ਜਿਹੜੀ ਕੀਤੀ, ਸਟ੍ਰਾਈਕ ਤੋਂ ਇਲਾਵਾ ਇੱਕ ਪਾਸੇ ਜਿਹੜਾ ਮੁੱਦਾ ਆਪਣੇ ਸਾਹਮਣੇ ਆ ਰਿਹਾ ਬਲਦੇਵ ਜੀ, ਉਹ ਹੈਗਾ ਵੀ ਜਿਹੜੀਆਂ ਹੋਮ ਗਰੋਨ ਜਿਹਨੂੰ ਕਹਿੰਦੇ ਵੀ ਇੱਥੇ ਹੀ ਡਾਕਟਰਾਂ ਦੀਆਂ ਜਾਂ ਨਰਸਿਸ ਦੀਆਂ ਜਿੰਨੀ ਵੀ ਹੈਗੀਆਂ ਟ੍ਰੇਨਿੰਗ ਜਿਹੜੀ ਹੈਗੀ ਆ, ਉਹ ਪਲੇਸਿਸ ਜਿਹੜੀਆਂ ਹੈਗੀਆਂ, ਜਿਹੜੀ ਅਮਾਂਡਾ ਪ੍ਰਿਚਰਡ ਚੀਫ ਐਗਜ਼ੈਕਟਿਵ ਆਫ NHS ਇੰਗਲੈਂਡ ਕਹਿੰਦੀ ਹੈਗੀ ਹੈ ਵੀ ਸਾਡੇ ਕੋਲ ਐਕਸਲੈਂਟ ਕੈਂਡੀਡੇਟਸ ਹੈਗੇ ਆ ਜਿਹੜੇ ਡਾਕਟਰਸ ਬਣਨਾ ਚਾਹੁੰਦੇ ਜਾਂ ਹੋਰ ਪਾਸੇ ਹੈਗੇ। ਤਕਰੀਬਨ ਉਹ ਕਹਿੰਦੇ ਵੀ 3 ਬਿਲੀਅਨ ਪਾਉਂਡ ਅਸੀਂ ਏਜੰਸੀ ਸਟਾਫ ਦੇ ਉੱਤੇ ਖਰਚ ਰਹੇ ਹੈਗੇ ਆ, ਵੀ ਜਿਹੜੇ ਮਤਲਬ ਨਰਸਿਸ ਜਾਂ ਹੋਰ ਜਿਹੜੀ ਏਜੰਸੀ ਲਈ ਕੰਮ ਕਰਦੀਆਂ, ਨਾ ਕਿ ਉਹ NHS ਵਾਸਤੇ ਕੰਮ ਕਰਦੀਆਂ ਹੈਗੀਆਂ। ਸੋ ਇਸ ਚੀਜ਼ ਨੂੰ ਜਦ ਥੋੜ੍ਹੇ ਅੱਗੇ ਜਾ ਕੇ ਅਸੀਂ ਦੇਖਦੇ ਹੈਗੇ ਆ ਕਿ 7,500 ਤਕਰੀਬਨ ਪਲੇਸਿਸ ਹੈਗੀਆਂ ਜਿਹੜੀਆਂ ਅਵੇਲੇਬਲ ਹੈਗੀਆਂ, ਫਿਰ ਜਿਹੜੇ ਡਾਕਟਰਸ ਬਣਦੇ ਆ ਜਾਂ ਉਹਨਾਂ ਨੇ ਨਰਸਿਸ ਜਾਂ ਜੋ ਵੀ ਜਿਹਦੇ ਨੂੰ ਵੀ ਉਹਨਾਂ ਦਾ ਚੱਲਦਾ ਹੈਗਾ। ਪਰ ਜਿਹੜੀ ਮੈਂ ਤੁਹਾਡੇ ਸਵਾਲ ਤੋਂ ਜਵਾਬ ਤੋਂ ਪਹਿਲਾਂ ਇਹ ਦੱਸ ਦੇਵਾਂ ਕਿ ਹੈਲਥ ਟਰੱਸਟ ਤਕਰੀਬਨ 2,500 ਪਾਉਂਡ ਸਿੰਗਲ ਏਜੰਸੀ ਨਰਸ ਵਾਸਤੇ ਹੀ ਦਿੰਦੇ ਹੈਗੇ, ਤਾਂ 5,200 ਪਾਉਂਡ ਇੱਕ ਡਾਕਟਰ ਦੇ ਲਈ, ਤੇ ਜਿੱਥੇ ਇਸ ਵੇਲੇ 133,000 ਵੇਕੈਂਸੀਜ਼ ਹੈਗੀਆਂ ਜਿਹੜੀਆਂ ਮਤਲਬ ਇਸ ਵੇਲੇ ਜਿਹਦੇ ਵਿੱਚ ਚਾਹੀਦਾ ਹੈਗਾ ਆਪਾਂ ਨੂੰ, ਡਾਕਟਰ ਚਾਹੀਦੇ ਆ, ਨਰਸਿਸ ਚਾਹੀਦੀਆਂ, ਤੇ ਭਾਵਾਂ 7,500 ਪਲੇਸਿਸ ਹੈਗੀਆਂ ਈਚ ਈਅਰ ਅਵੇਲੇਬਲ ਫॉर ਟ੍ਰੇਨਿੰਗ ਫॉर ਯੂਨੀਵਰਸਿਟੀ ਪਲੇਸਿਸ, ਹਨ ਜਿੱਥੇ ਵੀ ਉਹ ਜਾ ਕੇ ਉਹ ਟ੍ਰੇਨ ਕਰਦੇ ਹੈਗੇ ਆ। ਤੇ ਡਿਪੈਂਡੈਂਟ ਇਸ ਵੇਲੇ ਬਹੁਤਾ ਇਹੀ ਹੋ ਰਿਹਾ ਕਿ ਬਾਹਰਲੇ ਮੁਲਕਾਂ ਤੋਂ ਡਾਕਟਰਸ ਐਂਡ ਨਰਸਿਸ ਜਿਹੜੀਆਂ ਉਹ ਇੱਥੇ, ਉਹਨਾਂ ਨੂੰ ਵੀਜ਼ਾ ਵੀ ਬੜੀ ਜਲਦੀ ਦਿੱਤਾ ਜਾਂਦਾ, ਤਾਂ ਕਿ ਹਾਲਾਂਕਿ ਕਹਿ ਸਕਦੇ ਹਾਂ ਆਪਾਂ ਵੀ NHS ਦੇ ਵਿੱਚ ਜੀ ਵੇਟਿੰਗ ਲਿਸਟ ਆ ਹੋ ਰਹੀਆਂ, ਆਹ ਬੜਾ ਕੁਝ ਹੋ ਰਿਹਾ, ਜਦ ਸਟਾਫ ਹੀ ਨਹੀਂ, ਤੇ ਜਿਹੜਾ ਵੀ ਟ੍ਰੀਟਮੈਂਟ ਹੈਗੀ, ਚਾਹੇ ਉਹ ਐਕਸੀਡੈਂਟ, ਐਮਰਜੈਂਸੀ ਐਕਸੀਡੈਂਟ ਦੇ ਮੋਹਰੇ ਹੈਗੀ ਹੈ, ਜਾਂ ਉਹ ਕਿਸੇ ਦਾ ਆਪਰੇਸ਼ਨ ਹੈਗਾ, ਜਾਂ ਹੋਰ ਜਿੰਨੀਆਂ ਵੀ ਗੱਲਾਂ ਸਾਹਮਣੇ ਆਉਂਦੀਆਂ ਹੈਗੀਆਂ, ਜਦ ਉਹ ਡਾਕਟਰ ਜਾਂ ਨਰਸਿਸ ਆਪਣੇ ਕੋਲ ਹੈ ਹੀ ਨਹੀਂ, ਤੇ ਫਿਰ ਉਹ ਵੇਟਿੰਗ ਲਿਸਟ ਜਿਹੜੀਆਂ ਉਹ ਲੰਬੀਆਂ ਹੀ ਹੁੰਦੀਆਂ ਰਹਿਣਗੀਆਂ। ਮੈਂ ਕਾਫੀ ਕੁਝ ਇਹ ਗੱਲ ਇਸ ਕਰਕੇ ਕਹਿ ਗਿਆ ਹੈ ਕਿ ਆਪਣੇ ਦੇਖਣ ਵਾਲਿਆਂ ਨੂੰ ਥੋੜ੍ਹਾ ਜਿਹਾ ਇਹ ਪਤਾ ਲੱਗ ਜਾਵੇ ਵੀ ਹਾਂ, ਜਿਹੜੇ ਅੰਕੜੇ ਹੈਗੇ ਆ ਉਹ ਸਾਡੇ ਸਾਹਮਣੇ ਜਿਹੜੇ ਹੈਗੇ ਵੀ 133,000 ਵੇਕੈਂਸੀਜ਼ ਹੈਗੀਆਂ ਜਿਹੜੀਆਂ ਉਹ ਭਰਨ ਦੇ ਲਈ ਉਹ ਬਾਹਰਲੇ ਪਾਸਿਓਂ ਦੁਨੀਆ ਦੇ ਜਿਹੜੇ ਡਾਕਟਰ ਜਾਂ ਹੋਰ ਨਰਸਿਸ ਇੱਥੇ ਆ ਰਹੀਆਂ ਹੈਗੀਆਂ। ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ NHS ਦੀ ਜਿਹੜੀ ਸਟ੍ਰਾਈਕ ਦੀ ਗੱਲ ਬਲਦੇਵ ਜੀ ਜਿਹੜੀ ਉਹ ਇੱਕ ਪਾਸੇ ਰਹਿ ਜਾਏ, ਪਰ ਜੇ ਅਸੀਂ ਇਹਦੀ ਮਤਲਬ ਐਨ ਅੰਦਰ ਧੜਕਣ ਦੇ ਵਿੱਚ ਜਾ ਕੇ ਦੇਖੀਏ ਵੀ ਆਹ ਜਿਹੜੇ ਇਹਦੇ ਇਸ਼ੂ ਸਾਹਮਣੇ ਹੈਗੇ ਆ, ਉਹ ਜਦ ਤੱਕ ਪੂਰੇ ਨਹੀਂ ਹੁੰਦੇ ਉਨੀ ਦੇਰ ਸਾਡੀ NHS ਜਿਹੜੀ ਹੈਗੀ ਆ ਇਹ ਆਪ ਹੀ ਬਿਮਾਰ ਹੈ, ਕਿਉਂਕਿ ਇਹਨਾਂ ਨੂੰ ਕੋਲ ਡਾਕਟਰਸ ਜਾਂ ਨਰਸਿਸ ਦੇ ਬਹੁਤ ਘੱਟ ਹੈ। ਬਿਲਕੁਲ ਸਿੱਧੂ ਜੀ, ਇਹ ਜਿਹੜੇ ਅੰਕੜੇ ਆ ਦੁਖਦਾਈ ਵੀ ਹੈਗੇ ਆ, ਇੰਪ੍ਰੈਸਿਵ ਵੀ ਹੈਗੇ ਆ, ਔਰ ਇਹ ਸਰਕਾਰਾਂ ਨੂੰ ਪਤਾ ਵੀ ਹੈਗਾ। ਲੇਕਿਨ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਜਿਹੜੀਆਂ ਟੋਰੀ ਪਾਰਟੀ ਦੀ ਸਰਕਾਰ ਆਉਂਦੀ ਜਾਂ ਲੇਬਰ ਪਾਰਟੀ ਦੀ ਸਰਕਾਰ ਆਉਂਦੀ ਆ, ਕਿ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਕੀ ਹੈਗੀਆਂ। ਆਪਾਂ ਨੂੰ ਐਨ ਪੂਰੇ ਦਾ ਪੂਰਾ ਪਤਾ ਕਿ ਜਿਹੜੀ ਟੋਰੀ ਪਾਰਟੀ ਆ ਉਹਦੀ ਨੀਤੀ ਇਹੀ ਹੈਗੀ ਆ ਕਿ ਹਰ ਇੱਕ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ, ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ। ਤੁਸੀਂ ਏਜੰਸੀ ਸਟਾਫ ਦੀ ਗੱਲ ਕੀਤੀ ਹੈਗੀ ਆ, ਜਿਹੜੇ NHS ਦੇ ਅਹੁਦੇਦਾਰ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਜਿੰਨਾ ਵੀ ਤੁਸੀਂ 3 ਬਿਲੀਅਨ ਦਾ ਖਰਚਾ ਉਹ ਏਜੰਸੀ ਸਟਾਫ ਤੇ ਕਰ ਰਹੇ ਹੈਗੇ ਆ, ਉਹ ਤੁਹਾਨੂੰ ਦਿਸਦਾ ਹੀ ਆ ਕਿ ਵੀ ਉਹ ਟੋਰੀ ਪਾਰਟੀ ਨੇ ਕਰਨਾ ਹੀ ਕਰਨਾ ਹੈਗਾ,
ਕਿਉਂਕਿ ਟੋਰੀ ਪਾਰਟੀ ਦੀ ਜਿਹੜੀ ਫਿਲਾਸਫੀ ਆ ਉਹ ਇਹ ਆ ਕਿ ਜਿਹੜੀ ਨੈਸ਼ਨਲ ਹੈਲਥ ਸਰਵਿਸ ਆ ਉਹਦੇ ਲਈ ਕੋਈ ਨਰਸ ਹੋਵੇ, ਕੋਈ ਡਾਕਟਰ ਹੋਵੇ, ਉਹ ਲਾਇਬਿਲਿਟੀ ਨਾ ਬਣ ਜਾਵੇ। ਮਤਲਬ ਕਿ ਉਹ ਕਿਸੇ ਵੀ ਡਾਕਟਰ ਨੂੰ, ਕਿਸੇ ਵੀ ਨਰਸ ਨੂੰ ਜਾਂ ਕੋਈ ਹੋਰ ਬੰਦੇ ਜਿਹੜੇ ਕੰਮ ਕਰਦੇ ਨੈਸ਼ਨਲ ਹੈਲਥ ਸਰਵਿਸ ਦੇ ਵਿੱਚ, ਉਹਨਾਂ ਨੂੰ ਪਰਮਾਨੈਂਟ ਸਟਾਫ ਰਿਕਰੂਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹ ਉਹਨਾਂ ਦੇ ਲਈ, ਜਿਸ ਤਰ੍ਹਾਂ ਕਿ ਟੋਰੀ ਪਾਰਟੀ ਦੇਖਦੀ ਆ, ਉਹ ਜਿਹੜੇ ਵਰਕਰ ਜੇਕਰ ਰਿਕਰੂਟ ਕਰਦੇ ਹੈਗੇ ਆ, ਡਾਕਟਰ ਜਾਂ ਨਰਸ ਜਾਂ ਹੋਰ ਕੋਈ, ਉਹਨਾਂ ਦੇ ਲਈ ਉਹ ਲਾਇਬਿਲਿਟੀ ਬਣ ਜਾਂਦੀ ਹੈ। ਮਤਲਬ ਕਿ ਉਹ ਨੈਸ਼ਨਲ ਹੈਲਥ ਸਰਵਿਸ ਦੇ ਪਰਮਾਨੈਂਟ ਸਟਾਫ ਦੇ ਤਰ੍ਹਾਂ ਬਣ ਜਾਂਦੇ ਆ। ਔਰ ਜੇਕਰ ਉਹ ਭਾਵੇਂ ਉਹਨਾਂ ਨੂੰ ਬਹੁਤ ਜ਼ਿਆਦਾ ਖਰਚੇ ਤੇ ਉਹ ਜਿਹੜਾ ਏਜੰਸੀ ਸਟਾਫ ਆ ਰੱਖਣਾ ਪੈਂਦਾ, ਲੇਕਿਨ ਉਹ ਸਟਾਫ ਜਿਹੜਾ ਆ ਉਹ ਉਹਨਾਂ ਦੀ ਲਾਇਬਿਲਿਟੀ ਨਹੀਂ ਬਣਦੇ, ਕਿਉਂਕਿ ਉਹਨਾਂ ਦੇ ਲਈ ਹੁੰਦਾ ਕਿ ਜੀ ਅਸੀਂ ਹਾਇਰ ਕੀਤਾ ਹੈਗਾ ਮਹੀਨੇ ਲਈ, 6 ਮਹੀਨਿਆਂ ਦੇ ਲਈ, ਸਾਲ ਦੇ ਲਈ, ਤੇ ਇਹਨਾਂ ਨੂੰ ਜੇਕਰ ਮੁਸ਼ਕਲ ਆਉਂਦੀ ਆ ਕਿ ਵੀ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ, ਉਹਨਾਂ ਨੂੰ ਕਹਿ ਦੇਣਗੇ ਜੀ ਕੱਲ ਨੂੰ ਤੁਸੀਂ ਵਾਪਸ ਕੰਮ ਤੇ ਨਾ ਆਇਓ। ਲੇਕਿਨ ਜਿਹੜੇ ਪਰਮਾਨੈਂਟ ਸਟਾਫ ਆ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਵੀ ਇਸ ਤਰ੍ਹਾਂ ਹੋਵੇ। ਸੋ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ ਟੋਰੀ ਪਾਰਟੀ ਦੀ ਜਿਹੜੀ ਫਿਲਾਸਫੀ ਆ ਰਾਜ ਕਰਨ ਦੀ ਉਹ ਇਹੀ ਆ। ਭਾਵੇਂ ਕਿ ਜਿੰਨੇ ਵੀ ਪ੍ਰਾਈਮ ਮਿਨਿਸਟਰ ਆ ਚੁੱਕੇ ਹੈਗੇ ਆ, ਉਹਨਾਂ ਨੇ ਇਨਕਾਰ ਕੀਤਾ ਕਿ ਅਸੀਂ ਨੈਸ਼ਨਲ ਹੈਲਥ ਸਰਵਿਸ ਨੂੰ ਪ੍ਰਾਈਵੇਟਾਈਜ਼ ਨਹੀਂ ਕਰ ਰਹੇ, ਲੇਕਿਨ ਟੋਰੀ ਪਾਰਟੀ ਜਦੋਂ ਵੀ ਮੌਕਾ ਮਿਲੇਗਾ ਉਹ ਇਸ ਸਰਵਿਸ ਨੂੰ, ਜਿਹੜਾ ਕਿ ਆਮ ਲੋਕ ਨੈਸ਼ਨਲ ਹੈਲਥ ਸਰਵਿਸ ਨੂੰ ਦੇਸ਼ ਦਾ ਇੱਕ ਗਹਿਣਾ ਮੰਨਦੇ ਹੈਗੇ ਆ, ਉਹਨੂੰ ਪ੍ਰਾਈਵੇਟਾਈਜ਼ ਕਰਨ ਦੇ ਲਈ ਹਰ ਮੌਕੇ ਭਾਲਦੇ ਰਹਿੰਦੇ ਆ। ਔਰ ਉਹ ਹਾਲਾਤ ਵੀ ਇਸ ਤਰ੍ਹਾਂ ਦੇ ਪੈਦਾ ਕਰਦੇ ਹੈਗੇ ਆ ਤਾਂ ਕਿ ਕੋਈ ਨਾ ਕੋਈ ਬਹਾਨਾ ਮਿਲ ਸਕੇ, ਹਾਂਜੀ ਆਹ ਸਮੱਸਿਆ ਆ ਰਹੀ ਹੈ ਇਸ ਲਈ ਅਸੀਂ ਇਹਨੂੰ ਪ੍ਰਾਈਵੇਟਾਈਜ਼ ਕਰ ਰਹੇ ਹਾਂ, ਕਿਉਂਕਿ ਜੇਕਰ ਅਸੀਂ ਪ੍ਰਾਈਵੇਟਾਈਜ਼ ਕਰਦੇ ਹਾਂ ਤੇ ਇਹ ਸਮੱਸਿਆਵਾਂ ਨਹੀਂ ਹੋਣਗੀਆਂ, ਜਿਹੜੀ ਕਿ ਉਹ ਉਹਨਾਂ ਦੀ ਫਿਲਾਸਫੀ ਆ, ਨਾ ਕਿ ਉਹ ਅਸਲੀਅਤ ਨੂੰ ਦੇਖਦੇ ਹੈਗੇ ਆ। ਸੋ ਨੈਸ਼ਨਲ ਹੈਲਥ ਸਰਵਿਸ ਦੇ ਜਿਹੜੇ ਲੀਡਰ ਆ, ਜਦੋਂ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦੇ ਆ, ਉਹ ਹਕੀਕਤ ਦੀਆਂ ਸਟੇਟਮੈਂਟ ਹੁੰਦੀਆਂ, ਲੇਕਿਨ ਟੋਰੀ ਪਾਰਟੀ ਦੀ ਫਿਲਾਸਫੀ ਦੇ ਲਈ ਉਹ ਸਟੇਟਮੈਂਟਸ ਫਿੱਟ ਨਹੀਂ ਹੁੰਦੀਆਂ ਕਰਕੇ, ਇਸ ਲਈ ਉਹ ਕਦੇ ਵੀ ਇਹਨਾਂ ਨੂੰ ਗੌਰ ਨਾਲ ਨਹੀਂ ਦੇਖਦੇ ਹੈਗੇ। ਤੇ ਜੇਕਰ ਸੱਚਮੁੱਚ 18 ਮਹੀਨਿਆਂ ਬਾਅਦ ਲੇਬਰ ਪਾਰਟੀ ਦੀ ਸਰਕਾਰ ਆਉਂਦੀ ਆ, ਇਹ ਵੀ ਦੇਖਣਾ ਪਊਗਾ ਕਿ ਉਹ ਨੈਸ਼ਨਲ ਹੈਲਥ ਸਰਵਿਸ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਲੈਂਦੇ ਆ ਔਰ ਇਹਦਾ ਹੱਲ ਉਹ ਕਿਸ ਤਰ੍ਹਾਂ ਕਰਦੇ ਆ, ਕਿਉਂਕਿ ਤੁਹਾਨੂੰ ਪਤਾ ਕਿ ਲੇਬਰ ਪਾਰਟੀ ਆਮ ਤੌਰ ਤੇ ਇਹੀ ਉਹਨਾਂ ਦੀ ਫਿਲਾਸਫੀ ਆ ਕਿ ਉਹ ਪ੍ਰਾਈਵੇਟਾਈਜੇਸ਼ਨ ਦੇ ਵਿਰੁੱਧ ਹੀ ਹੁੰਦੇ ਆ। ਜੀ ਹਾਂਜੀ, ਹਾਂਜੀ। ਤੇ ਨਾਲ ਇਹਦੇ ਨਾਲ ਦੇਖੋ ਜਦੋਂ ਅਸੀਂ ਇਹ ਡਾਕਟਰ ਦੀ ਟ੍ਰੇਨਿੰਗ ਦੀ ਗੱਲ ਜਿਹੜੀ ਮੈਂ ਸਾਰੀ ਪਹਿਲਾਂ ਅੰਕੜੇ ਵੀ ਦਿੱਤੇ ਹੈਗੇ, ਪਰ ਇੱਕ ਹੋਰ ਯੂਨੀਵਰਸਿਟੀ ਆਫ ਵੁਸਟਰ, ਜਿਹਦੇ ਵਿੱਚ ਉਹਨਾਂ ਨੇ ਇਹ ਸਾਹਮਣੇ ਲੈ ਕੇ ਆਂਦਾ ਕਿ ਭਈ ਉਹ ਇਹ ਡਾਕਟਰਸ ਨੂੰ ਟ੍ਰੇਨ ਕਰਨਗੇ, ਉੱਥੇ ਉਹ ਨਵਾਂ ਮਤਲਬ ਉਹਨਾਂ ਨੇ ਸੈਂਟਰ ਬਣਾਇਆ ਹੈਗਾ। ਉਹਦੇ 'ਚ ਉਹਨਾਂ ਨੂੰ ਚਾਹੀਦੀ ਸੀਗੀ ਵੀ ਪੈਸੇ ਚਾਹੀਦੇ, ਤੇ ਉਹ ਕਹਿੰਦੇ ਹੈਗੇ ਵੀ ਦੀ ਗਵਰਨਮੈਂਟ ਰਿਫਿਊਜ਼ਸ ਟੂ ਫੰਡ ਯੂਕੇ ਸਟੂਡੈਂਟਸ ਐਟ ਨਿਊ ਮੈਡੀਕਲ ਸਕੂਲ ਡਿਸਪਾਈਟ ਕ੍ਰੋਨਿਕ ਡਾਕਟਰ ਸ਼ੋਰਟੇਜਸ। ਹੁਣ ਉਹ ਚੀਜ਼ ਦੇ ਸਾਰੇ ਨੂੰ ਲੈ ਕੇ ਇਹ ਕਹਿੰਦੇ ਹੈਗੇ ਵੀ ਹਾਂ, ਉਹ ਇੱਕ ਵੱਖਰਾ ਉਹਨਾਂ ਨੇ ਉੱਥੇ ਮਤਲਬ ਜਿਹੜਾ ਵੁਸਟਰ ਦੇ ਏਰੀਆ ਜਿਹੜਾ ਬਣਾਇਆ ਹੈਗਾ, ਉਹ ਸਪੈਸ਼ਲੀ ਇਸ ਕੰਮ ਲਈ ਬਣਾਇਆ ਜਿਹਨੂੰ ਪੈਸੇ ਚਾਹੀਦੇ। ਉਹ ਕਹਿੰਦੇ ਵੀ ਉਹ ਪੈਸੇ ਨਹੀਂ ਦੇ ਰਹੇ, ਤੇ ਉਹਨਾਂ ਦਾ ਜਵਾਬ ਸਿਰਫ ਇਹ ਆ ਰਿਹਾ ਹੈਗਾ ਵੀ ਹਾਂ, ਵੀ ਆਰ ਪੁਟਿੰਗ ਮਨੀ ਇਨ, ਜਿੱਦਾਂ ਮਤਲਬ ਗੌਰਮੈਂਟ ਦੇ ਕਹਿੰਦੇ ਹੁੰਦੇ ਹੈਗੇ ਵੀ ਜਿਹੜੀ ਅਸੀਂ ਇਹ ਗੱਲਾਂ ਕਰ ਰਹੇ ਹੈਗੇ ਆ ਵੀ, ਪਰ ਉਹ ਕਹਿੰਦੇ ਵੀ ਸਾਨੂੰ ਜਿੰਨੇ ਪੈਸੇ ਚਾਹੀਦੇ ਉਹ ਨਹੀਂ ਮਿਲ ਰਿਹਾ। ਤੇ ਕਿ ਜਿਹੜੇ ਓਵਰਸੀਜ਼ ਸਟੂਡੈਂਟ ਇੱਥੇ ਪੜ੍ਹਨ ਆਉਂਦੇ ਹੈਗੇ ਆ, ਦੇ ਆਰ ਬੀਨ ਟ੍ਰੇਨਡ, ਬਟ ਦੋਜ਼ ਸਟੂਡੈਂਟਸ ਆਰ ਨਾਟ ਟੂ ਸਟੇ ਹੇਅਰ। ਉਹ ਆਪਣੀ ਪੜ੍ਹਾਈ ਕਰਕੇ ਜਿੱਥੇ ਉਹ ਆਏ ਆ ਉੱਥੇ ਵਾਪਸ ਚਲੇ ਜਾਂਦੇ, ਜੇ ਉਹਨਾਂ ਦੇ ਵਿੱਚੋਂ ਕੁਝ ਰਹਿੰਦੇ ਵੀ ਹੋਣਗੇ, ਪਰ ਲੋਕ ਛੱਡ ਕੇ ਜਾ ਰਹੇ ਹੈਗੇ ਆ NHS ਨੂੰ ਜਾਂ ਇਸ ਪ੍ਰੋਫੈਸ਼ਨ ਨੂੰ, ਕਿ ਇੱਥੇ ਜਾਂ ਪੈਸੇ ਥੋੜ੍ਹੇ ਜਾਂ ਜਿਹੜਾ ਵੀ ਤੁਹਾਨੂੰ ਪਤਾ, ਜੇ ਆਪਾਂ ਤੁਸੀਂ ਵੀ ਮੈਂ ਹੋਵਾਂ, ਜਿੱਥੇ ਵੀ ਪੈਸਾ ਜ਼ਿਆਦਾ ਮਿਲਣਾ, ਆਪਾਂ ਹਮੇਸ਼ਾ ਜਿਹੜੀ ਜੋਬ ਆ ਉਧਰ ਪਾਸੇ ਨੂੰ ਜਾਂਦੇ ਹੈਗੇ। ਇਸੇ ਕਰਕੇ ਜਿਹੜੇ ਬਾਹਰਲੇ ਹੋਰ ਮੁਲਕ ਹੈਗੇ ਆ, ਦੇ ਮਾਈਟ ਬੀ ਪੇਇੰਗ ਮੋਰ। ਸੋ ਇਹ ਜਿਹੜੀ ਸ਼ਾਰਟੇਜ ਹੈਗੀ ਆ, ਤੇ ਜਿਹੜੀ ਇਹੋ ਜਿਹੇ ਇਸ਼ੂ ਜਿਹੜੇ ਆਪਾਂ ਹੁਣੇ ਡਿਸਕਸ ਕਰਕੇ ਹਟੇ ਆ, ਤੇ ਇਹ ਵੀ ਇੱਕ ਮਤਲਬ ਫੈਕਟਰ ਹੈਗਾ ਕਿ ਕੀ ਜਿੰਨੇ ਵੀ ਆਉਣ ਵਾਲੇ ਸਟੂਡੈਂਟਸ ਹੈਗੇ ਆ ਇਸ ਪਾਸੇ, ਇਸ ਪ੍ਰੋਫੈਸ਼ਨ ਨੂੰ ਜਾਣ ਵਾਲੇ, ਆਰ ਦੇ ਲਾਈਕਲੀ ਟੂ ਰਿਸੀਵ ਅ ਗੁੱਡ ਫੰਡਿੰਗ, ਜਿਹਦੇ ਨਾਲ ਉਹ ਬਣ ਕੇ ਇੱਥੇ ਹੀ ਆਪਣੀ ਫਿਰ ਪ੍ਰੈਕਟਿਸ ਕਰਨ। ਬਿਲਕੁਲ ਜੀ ਸਦੂਲ ਜੀ, ਫਿਰ ਉਹੀ ਇਹ ਜਿਹੜਾ ਮਸਲਾ ਆ ਨੈਸ਼ਨਲ ਹੈਲਥ ਸਰਵਿਸ ਦਾ ਇਮੇਜ ਕੀ ਹੈਗਾ,
ਉਹਦੇ ਬਾਰੇ ਜਿਹੜਾ ਭਵਿੱਖ ਆ ਇਸ ਨੈਸ਼ਨਲ ਹੈਲਥ ਸਰਵਿਸ ਦਾ ਕੀ ਆ, ਇਹ ਸਾਰੀਆਂ ਚੀਜ਼ਾਂ ਡਿਟਰਮਿਨ ਕਰਦੀਆਂ ਕਿ ਬਈ ਸਰਕਾਰਾਂ ਜਾਂ ਲੋਕ ਜਿਹੜੇ ਆ ਉਹ ਅਗਲਾ ਕਦਮ ਕਿਸ ਬੇਸਿਸ ਤੇ ਪੁੱਟਦੇ ਹੈਗੇ ਆ। ਹੁਣ ਜੇਕਰ ਇਸ ਤਰ੍ਹਾਂ ਦਾ ਇੰਪ੍ਰੈਸ਼ਨ ਕ੍ਰੀਏਟ ਕੀਤਾ ਜਾਵੇ ਕਿ ਜੀ ਨੈਸ਼ਨਲ ਹੈਲਥ ਸਰਵਿਸ ਦੇ ਬੜੀ ਹਾਲਾਤ ਜਿਹੜੇ ਡਾਵਾਂਡੋਲ ਹੈਗੇ ਆ, ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਡਾਕਟਰ ਬਣਨਾ ਚਾਹੁੰਦੇ ਆ ਤੇ ਉਹ ਵੀ ਦੁਬਾਰਾ ਸੋਚਣਗੇ ਕਿ ਜੇਕਰ ਮੈਂ ਮੈਡੀਸਿਨ ਕਰ ਲਈ, ਜਿਵੇਂ ਮੈਂ ਡਾਕਟਰ ਬਣ ਗਿਆ ਤੇ ਯਾਰ ਜਿਹੜਾ ਨੈਸ਼ਨਲ ਹੈਲਥ ਸਰਵਿਸ ਆ ਇਹਦਾ ਤਾਂ ਬੁਰਾ ਹਾਲ ਲੱਗਦਾ ਤੇ ਮੈਂ ਉਹ ਕੀ ਕਰੂੰਗਾ, ਡਾਕਟਰ ਬਣ ਕੇ ਕਿੱਥੇ ਨੂੰ ਜਾਊਂਗਾ। ਉਹ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਇੰਪ੍ਰੈਸ਼ਨ ਜਿਹੜੇ ਆ ਕ੍ਰੀਏਟ ਕੀਤੇ ਜਾਂਦੇ। ਤੁਹਾਨੂੰ ਪਤਾ ਪਿੱਛੇ ਜਿਹੇ ਟੋਰੀ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਬਈ ਅਸੀਂ ਜਿਹੜੇ ਡਾਕਟਰਸ ਆ ਉਹ ਭਾਰਤ ਤੋਂ ਮੰਗਵਾ ਰਹੇ ਹੈਗੇ ਆ। ਉਹ ਵੀ ਇਹਨਾਂ ਦੀ ਫਿਲਾਸਫੀ ਦੇ ਫਿੱਟ ਬਹਿੰਦਾ ਹੈਗਾ ਕਿ ਉੱਥੋਂ ਮੰਗਵਾ ਲਓ, ਕਿਉਂਕਿ ਉਹ ਸਾਡੀ ਲਾਇਬਿਲਿਟੀ ਨਹੀਂ ਬਣਨਗੇ। ਇਸ ਲਈ ਅਸੀਂ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਉਹਨਾਂ ਨੂੰ ਰਿਕਰੂਟ ਕਰ ਲਵਾਂਗੇ। ਜੇਕਰ ਇਹ ਕਿਹਾ ਜਾਂਦਾ ਕਿ ਬਈ ਤੁਸੀਂ ਆਪਣੀਆਂ ਨਰਸਾਂ ਜਾਂ ਆਪਣੇ ਜਿਹੜੇ ਡਾਕਟਰਸ ਆ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਪੈਸਾ ਤੁਸੀਂ ਲਾਓ, ਤੇ ਉਹਦੇ ਤੇ ਵੀ ਇਹਨਾਂ ਦੀ ਫਿਰ ਫਿਲਾਸਫੀ ਆ ਜਾਂਦੀ ਆ ਕਿ ਜੇਕਰ ਅਸੀਂ ਉਹਨਾਂ ਤੇ ਪੈਸਾ ਲਾਉਂਦੇ ਆ ਤੇ ਜਿਹੜਾ ਏਜੰਸੀ ਦਾ ਸਟਾਫ ਹੈਗਾ ਉਹਦੇ ਨਾਲ ਅਸੀਂ ਬੁੱਤਾ ਲਾਈ ਜਾਂਦੇ ਹੈਗੇ ਆ। ਹੁਣ ਉਹਨਾਂ ਦੀ ਟ੍ਰੇਨਿੰਗ ਦੇਣ ਦੇ ਲਈ ਅਸੀਂ ਜੇ ਪੈਸਾ ਦਿੰਨੇ ਆ, ਅਸੀਂ ਉਹਨਾਂ ਦੀ ਕਮਿਟਮੈਂਟ ਜਿਹੜੀ ਆ ਉਹਨਾਂ ਨੂੰ ਸ਼ੋਅ ਕਰਦੇ ਆ ਕਿ ਬਈ ਅਸੀਂ ਤੁਹਾਨੂੰ ਟ੍ਰੇਨਿੰਗ ਇਸ ਲਈ ਦੇ ਰਹੇ ਆ ਕਿਉਂਕਿ ਤੁਹਾਡੀਆਂ ਜਿਹੜੀਆਂ ਨੌਕਰੀਆਂ ਹੈਗੀਆਂ ਉਹ ਨੈਸ਼ਨਲ ਹੈਲਥ ਸਰਵਿਸ ਦੇ ਵਿੱਚ ਜਾ ਕੇ ਤੁਹਾਨੂੰ ਮਿਲਣਗੀਆਂ, ਜਿਹੜਾ ਕਿ ਇਹ ਵਾਅਦਾ ਨਹੀਂ ਕਰਨਾ ਚਾਹੁੰਦੇ। ਸੋ ਮੈਨੂੰ ਪੂਰੀ ਡਿਟੇਲ ਦਾ ਤਾਂ ਪਤਾ ਨਹੀਂ ਹੈ ਜਿਸ ਕਾਲਜ ਦੀ ਤੁਸੀਂ ਮੈਂਸ਼ਨ ਕੀਤਾ ਹੈਗਾ, ਲੇਕਿਨ ਇਹ ਚੀਜ਼ਾਂ ਜਿਹੜੀਆਂ ਆ ਟੋਰੀ ਪਾਰਟੀ ਦੀ ਜਿਹੜੀ ਫਿਲਾਸਫੀ ਆ ਉਹਦੇ ਨਾਲ ਬਿਲਕੁਲ ਫਿੱਟ ਹੁੰਦੀਆਂ ਹੈਗੀਆਂ ਕਿ ਇਹ ਹਮੇਸ਼ਾ ਇਹੀ ਕੋਸ਼ਿਸ਼ ਕਰਨਗੇ ਕਿ ਨੈਸ਼ਨਲ ਹੈਲਥ ਸਰਵਿਸ ਦੇ ਵਿੱਚ ਘੱਟ ਤੋਂ ਘੱਟ ਪਰਮਾਨੈਂਟ ਬੇਸਿਸ ਤੇ ਬੰਦਿਆਂ ਨੂੰ ਰਿਕਰੂਟ ਕੀਤਾ ਜਾਵੇ, ਤਾਂ ਕਿ ਇਹਨਾਂ ਦੀ ਉਹ ਜਿਹੜੀ ਲਾਇਬਿਲਿਟੀ ਆ ਉਹ ਨਾ ਵੱਧ ਜਾਵੇ। ਸੋ ਉਹਦੀ ਜਿਹੜੀ ਨੈਸ਼ਨਲ ਹੈਲਥ ਸਰਵਿਸ ਦੀ ਪਲੈਨਿੰਗ ਹੈਗੀ ਆ ਉਹ ਕਿਸ ਤਰ੍ਹਾਂ ਕਰਨੀ ਹੈਗੀ ਆ, ਉਹ ਰਾਸ਼ਟਰ ਪੱਧਰ ਤੇ ਉਸ ਨੂੰ ਕਿਸ ਪਾਸੇ ਲੈ ਕੇ ਜਾਣਾ ਆ, ਉਹ ਇਹ ਜਿਹੜੇ ਮਿਨਿਸਟਰ ਹੈਗੇ ਆ ਇਹਨਾਂ ਤੇ ਮੁਨਸਰ ਆ, ਜਾਂ ਜਿਹੜੀ ਪਾਰਟੀਆਂ ਹੈਗੀਆਂ ਜਾਂ ਲੇਬਰ ਪਾਰਟੀ ਦਾ ਕੀ ਇਹਦੇ ਵਿੱਚ ਰਵੱਈਆ ਹੈਗਾ, ਟੋਰੀ ਪਾਰਟੀ ਦਾ ਰਵੱਈਆ ਕੀ ਹੈਗਾ, ਉਹਦੇ ਤੇ ਮੁਨਸਰ ਕਰਦਾ ਹੈਗਾ। ਉਹਦੇ ਵਿੱਚ ਆਮ ਜਨਤਾ ਜਿਹੜੀ ਆ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੈਗੀ ਕਿ ਬਈ ਨੈਸ਼ਨਲ ਹੈਲਥ ਸਰਵਿਸ ਦੇ ਲਈ ਕਿਹੜੀ ਪਾਰਟੀ ਚੰਗੀ ਆ ਜਾਂ ਕਿਹੜੀ ਮਾੜੀ ਆ। ਹਾਂਜੀ ਹਾਂਜੀ, ਇਹ ਦੇਖੋ ਆਪਣੇ ਇਹ ਮੁੱਦਾ ਜਿਹੜਾ ਹੈਗਾ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਹੈਗਾ, ਜਿੰਨੀਆਂ ਵੀ ਸਕਸੈਸਿਵ ਸਰਕਾਰਾਂ ਜਿਹੜੀਆਂ ਆਈਆਂ ਹੈਗੀਆਂ ਉਹਨਾਂ ਦਾ ਕੀ ਹੁੰਦਾ, ਉਹ ਕਹਿੰਦੇ ਜੀ ਅਸੀਂ ਵੀ ਹੈਵ ਪੰਪਿੰਗ ਮਨੀ ਇਨਟੂ ਇਟ, ਜਾਂ ਜਾਨੀ ਟੋਨੀ ਬਲੇਅਰ ਦੇ ਟਾਈਮ ਦੇ ਵੀ ਤੇ ਇਹੀ ਗੱਲਾਂ ਸੀ। ਭਾਵੇਂ ਉਹ ਮਨੀ ਵਿੱਚ ਪੈਸਾ ਦਿੰਦੇ ਵੀ ਹੈਗੇ ਆ, ਪਰ ਫਿਰ ਵੀ ਉਹ ਇਹ ਮਸਲਾ ਜਿਹੜਾ ਆ NHS ਦਾ ਮੇਰੇ ਖਿਆਲ ਖੜਾ ਰਹਿਣਾ। ਪਰ ਇਹ ਤਾਂ ਜ਼ਰੂਰ ਮੰਨਣਾ ਪਏਗਾ ਵੀ ਦੁਨੀਆ ਦਾ ਮਤਲਬ ਇਹ ਇੱਕ ਗਹਿਣਾ ਹੈਗਾ NHS ਸਰਵਿਸ, ਜਿਹੜੀ ਇੱਥੇ ਸਿਰਫ UK ਦੇ ਵਿੱਚ ਹੀ ਹੈਗੀ ਆ। ਇਹਦੇ ਮੁਕਾਬਲੇ ਦੇ ਵਿੱਚ ਹੋਰ ਦੁਨੀਆ ਦੀ ਕੋਈ ਇਹੋ ਜਿਹੀ ਅਦਾਰਾ ਨਹੀਂ ਹੈਗਾ ਜਿਹੜਾ ਮਤਲਬ ਇਸ ਹਿਸਾਬ ਦੇ ਨਾਲ ਚੱਲਦਾ, ਜਿਹਦੇ ਵਿੱਚ ਆਪਾਂ ਟੈਕਸੇਸ਼ਨ ਆਪਣੇ ਕੋਲੋਂ ਜਾਂਦੀ ਹੈ, ਜਿਹਨੂੰ ਉਹ ਦਿੰਦੇ ਹੈਗੇ ਆ। ਮੇਰੇ ਖਿਆਲ ਸਕਸੈਸਿਵ ਗਵਰਨਮੈਂਟ ਆਪਣੇ ਪੈਸੇ ਲਾਉਂਦੀ ਵੀ ਹੈਗੀ ਆ। ਹਾਂ, ਤੁਹਾਡੇ ਨਰਸ ਜਿਹੜੇ ਹੈਗੇ ਆ ਵੀ ਹਾਂ ਡਾਕਟਰ ਜਾਂ ਜਿੱਦਾਂ ਹੈਗੇ ਆ ਵੀ ਬਾਹਰੋਂ ਆ ਕੇ ਜਾਂ ਉਹ ਹੈਗਾ ਥੋੜ੍ਹਾ ਜਿਹਾ ਕੰਮ ਕਰਕੇ ਜਾਂ ਵਾਪਸ ਚਲੇ ਜਾਂਦੇ ਆ, ਉਹ ਫਿਰ ਵੀ ਸ਼ਾਰਟੇਜ ਜਿਹੜੀ ਹੈ ਜਿੱਦਾਂ ਨਾ 133,000 ਥੋੜਾ ਨਹੀਂ ਹੈਗਾ। ਆਓ ਆਪਾਂ ਅੱਗੇ ਚੱਲਦੇ ਇਸੇ ਹਿਸਾਬ ਦੇ ਨਾਲ ਜੇ ਚੱਲੀਏ ਤੇ ਇਸੇ ਕੰਟਰੀ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ ਬਹੁਤ ਚਿਰਾਂ ਤੋਂ, ਹੁਣ ਇਹ ਦੇਖਣ ਦੀ ਲੋੜ ਹੈਗੀ ਆ ਵੀ ਅਪ ਐਂਡ ਡਾਊਨ ਦ ਕੰਟਰੀ ਲਾਈਫ ਐਕਸਪੈਕਟੈਂਸੀ ਜਿਹੜੀ ਹੈਗੀ ਆ ਵੀ ਉਹ ਕਿਹੜੇ ਏਰੀਆ ਦੇ ਵਿੱਚ ਜ਼ਿਆਦੇ ਆ ਤੇ ਕਿਹੜੇ ਏਰੀਆ ਦੇ ਵਿੱਚ ਘੱਟ ਆ। ਹੁਣ ਜੇ ਦੇਖਿਆ ਜਾਵੇ ਵੀ ਲੰਡਨ ਦੇ ਜਿਹੜੇ ਹੈਗੇ, ਇਫ ਯੂ ਆਰ ਐਵਰੇਜਲੀ ਬੋਰਨ ਪਰਸਨ ਇਨ ਵੈਸਟਮਿੰਸਟਰ ਇਨ ਲੰਡਨ ਦੇ ਲਾਗੇ ਛਾਗੇ ਹੈਗੇ ਆ, ਤੇ ਐਵਰੇਜ ਏਜ ਜਿਹੜੀ ਹੈ ਉਹਨਾਂ ਦੀ ਉਹ ਹੈਗੀ ਹੈ ਦੇ ਲਿਵ ਅਪ ਟੂ 85। ਤੇ ਜੇ ਆਪਾਂ ਨਾਰਥ ਵਿੱਚ ਚਲੇ ਜਾਂਦੇ ਆ ਇੱਕਦਮ ਉਹ ਉੱਪਰ ਗਲਾਸਗੋ ਚਲੇ ਜਾਂਦੇ ਆ, ਤੇ ਉਹ ਕਹਿੰਦੇ ਹੈਗੇ ਵੀ ਉੱਥੇ 74 ਹੈ, ਤਕਰੀਬਨ ਨੀਅਰਲੀ 10 ਸਾਲ ਦਾ 11 ਸਾਲ ਦਾ ਫਰਕ ਪੈਂਦਾ ਹੈਗਾ। ਤੇ ਜੇ ਤੁਸੀਂ ਏਰੀਆਜ਼ ਲੰਡਨ ਦੇ ਵਿੱਚ ਕੈਂਸਿੰਗਟਨ, ਚੈਲਸੀ ਜਾਂ ਹੋਰ ਇਹੋ ਜਿਹੀਆਂ ਜਗ੍ਹਾ ਹੈਗੀਆਂ, ਤੇ ਲਾਈਫ ਐਕਸਪੈਕਟੈਂਸੀ ਇਜ਼ ਲੌਂਗਰ। ਤੇ ਜਦੋਂ ਤੁਸੀਂ ਮਤਲਬ ਇੱਥੇ ਮਿਡਲੈਂਡ ਦੇ ਵਿੱਚ ਆਉਂਦੇ ਹੈਗੇ ਆ, ਇੱਥੇ ਵੀ ਕਾਫੀ ਮਤਲਬ ਫਰਕ ਹੈਗਾ ਵੀ ਹਾਂ ਜੀ ਇੱਥੇ ਲਾਈਫ ਐਕਸਪੈਕਟੈਂਸੀ ਕਿੰਨੀ ਕੁ ਹੈਗੀ ਹੈ, ਕਿੱਦਾਂ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਹਾਂ, ਇਹਦਾ ਕੀ
ਵਾਟ ਆਮ ਟਰਾਈਂਗ ਟੂ ਸੇ ਵੀ ਇਹਦਾ ਕੀ ਇਹੋ ਜਿਹਾ ਮਤਲਬ ਗੱਲ ਹੋ ਸਕਦੀ ਹੈ ਜਿਹੜਾ ਤੁਹਾਡੀ ਉਮਰ ਆ ਉਹ ਮਤਲਬ ਇੱਥੇ ਕੁ ਤੱਕ ਹੈਗੀ ਹੈ ਵੀ ਜੇ ਤੁਸੀਂ ਇਸ ਏਰੀਏ 'ਚ ਰਹਿੰਦੇ ਇੱਥੇ ਘਟ ਸਕਦੀ ਹੈ ਤੇ ਕੀ ਫਿਰ ਲੋਕ ਉੱਥੋਂ ਸ਼ਿਫਟ ਕਰਕੇ ਮੂਵ ਕਰਕੇ ਉੱਥੇ ਨੂੰ ਜਾਣਗੇ ਜਿੱਥੇ ਲਾਈਫ ਐਕਸਪੈਕਟੈਂਸੀ ਜ਼ਿਆਦਾ ਆ, ਜਾਂ ਟ੍ਰੈਡੀਸ਼ਨਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਦੇਖਦੇ ਹੈਗੇ ਆ ਵੀ ਇਹ ਕਿੱਥੇ ਕਿੱਦਾਂ ਹੈਗੀ ਆ। ਜਦੋਂ ਮੈਂ ਚਾਰਟ ਨੂੰ ਦੇਖਦਾ ਤੁਹਾਡੇ ਵੱਲ ਆਉਣ ਤੋਂ ਪਹਿਲਾਂ ਬਲਦੇਵ ਜੀ, ਹੁਣ ਜੀ, ਜੀ। ਦੇਖੋ ਵੈਸਟਮਿੰਸਟਰ, ਕੈਂਸਿੰਗਟਨ, ਚੈਲਸੀ, ਰਟਲੈਂਡ, ਇਹ ਤਕਰੀਬਨ ਸਾਰੇ ਲੰਡਨ ਦੇ ਹੀ ਇਹ ਏਰੀਆ ਹੈਗੇ ਆ ਜਿਹੜੇ ਇਹਨਾਂ ਦੇ ਵਿੱਚ ਕਾਫੀ ਦੱਸਿਆ ਗਿਆ। ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਗਲਾਸਗੋ, ਡੰਡੀ, ਬਲੈਕਪੂਲ, ਵੈਸਟ, ਇਹ ਜਿਹੜੇ ਨਾਰਥ ਦੇ ਹੈਗੇ ਆ ਉੱਥੇ ਲਾਈਫ ਐਕਸਪੈਕਟੈਂਸੀ ਜਿਹੜੀ ਘੱਟ ਆ, ਤੇ ਸਾਊਥ ਨਾਲੋਂ ਨਾਰਥ ਦੇ ਵਿੱਚ ਜਿਹੜੀ ਇਹ ਗੱਲ ਹੁੰਦੀ ਹੈ ਤੇ ਇਹ ਡਿਫਰੈਂਸ਼ੀਏਟ ਕਿਉਂ ਆ? ਕਾਹਤੇ ਇਹ ਉੱਥੇ ਲੋਕਾਂ ਦੀ ਉਮਰ ਜ਼ਿਆਦਾ ਤੇ ਬਾਕੀ ਇੱਧਰ ਜਦੋਂ ਨਾਰਥ ਵੱਲ ਨੂੰ ਜਾਂਦੇ ਹੈਗੇ ਆ ਉੱਧਰਲੇ ਪਾਸੇ ਘੱਟ ਆ? ਇਹਦਾ ਕੀ ਮਤਲਬ ਹੋ ਸਕਦਾ? ਸਰਦੂਲ ਜੀ ਦੇਖੋ, ਆ ਜਿਹੜੇ ਅੰਕੜੇ ਤੁਸੀਂ ਪੇਸ਼ ਕੀਤੇ ਹੈਗੇ ਆ ਔਰ ਜਿਹਨਾਂ ਇਲਾਕਿਆਂ ਦੇ ਤੁਸੀਂ ਨਾਂ ਲਏ ਹੈਗੇ ਆ, ਇਹ ਤੁਹਾਨੂੰ ਕੋਈ ਖਾਸ ਦਿਮਾਗੀ ਕਾਬਲੀਅਤ ਦੀ ਜ਼ਰੂਰਤ ਨਹੀਂ ਹੈਗੀ ਇਹ ਦੇਖਣ ਲਈ ਕਿ ਇਹਨਾਂ ਚੀਜ਼ਾਂ ਦਾ ਸੰਬੰਧ ਕਿਸ ਚੀਜ਼ ਦੇ ਨਾਲ ਆ। ਕੈਂਸਿੰਗਟਨ, ਚੈਲਸੀ ਹੋ ਗਈ, ਡੋਰਸੈਟ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਇਲਾਕੇ ਆ ਤੁਹਾਨੂੰ ਪਤਾ, ਹੈਰੋ ਹੋ ਗਿਆ, ਇਹ ਇਲਾਕੇ ਜਿਹੜੇ ਆ ਅਮੀਰ ਘਰਾਂ ਦੇ ਇਲਾਕੇ ਹੈਗੇ ਆ, ਅਮੀਰ ਲੋਕਾਂ ਦੇ ਇਲਾਕੇ ਹੈਗੇ ਆ। ਮਤਲਬ ਕਿ ਜੇਕਰ ਉਹਨਾਂ ਦੀ ਜਿਹੜੀ ਰਹਿਣ ਬਹਿਣ ਹੈਗਾ, ਰਹਿਣ ਸਹਿਣ ਹੈਗਾ, ਉਹ ਚੰਗਾ ਨਹੀਂ ਹੈਗਾ ਤੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਹੋਏਗੀ। ਜੇਕਰ ਇੱਕ 3 ਬੈਡਰੂਮ 2 ਬੈਡਰੂਮ ਘਰ ਦੇ ਵਿੱਚ ਬਹੁਤ ਸਾਰੇ ਜੀ ਰਹਿ ਰਹੇ ਹੈਗੇ ਆ, ਤੇ ਤੁਸੀਂ ਇਹ ਦੇਖ ਸਕਦੇ ਆ ਕਿ ਬਈ ਜੇਕਰ ਉਹਨਾਂ ਦੀ ਜਿਹੜੀ ਆ ਆਮਦਨ ਆ ਉਸ ਘਰ ਦੀ, ਜਿਸ ਘਰ ਦੇ ਵਿੱਚ ਬਹੁਤ ਸਾਰੇ ਜੀ ਰਹਿ ਰਹੇ ਹੈਗੇ, ਬਹੁਤ ਘੱਟ ਹੈਗੀ ਆ, ਤੇ ਉਹਨਾਂ ਦਾ ਖਾਣਾ ਵੀ ਚੰਗਾ ਨਹੀਂ ਹੋਊਗਾ, ਉਹਨਾਂ ਦਾ ਰਹਿਣ ਦਾ ਜਿਹੜਾ ਤੌਰ ਤਰੀਕਾ ਉਹ ਵੀ ਚੰਗਾ ਨਹੀਂ ਹੋਊਗਾ, ਉਹਨਾਂ ਦੇ ਘਰ ਦੇ ਵਿੱਚ ਸਫਾਈ ਵੀ ਨਹੀਂ ਹੋ ਸਕਦੀ, ਉਹ ਬਾਹਰ ਜਾਣ ਦੇ ਲਈ ਸੈਰ ਸਪਾਟੇ ਦੇ ਲਈ ਵੀ ਬਹੁਤ ਕੁਝ ਅਫੋਰਡ ਨਹੀਂ ਕਰ ਸਕਣਗੇ। ਇਸ ਲਈ ਉਹਨਾਂ ਨੂੰ ਉਸ ਕਰੈਮਡ ਜਾਂ ਕਰਾਊਡਡ ਘਰ ਦੇ ਵਿੱਚ ਹੀ ਇੱਕ ਦੂਸਰੇ ਦੇ ਉੱਤੇ ਚੜ ਕੇ ਰਹਿਣਾ ਪਊਗਾ, ਤੇ ਇਹ ਔਰ ਫਿਰ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਸਟੈਂਡਰਡ ਹੈਗਾ ਉਹ ਵੀ ਘੱਟ ਹੋਊਗਾ, ਉਹਨਾਂ ਨੂੰ ਨਰਿਸ਼ਿੰਗ ਫੂਡ ਵੀ ਨਹੀਂ ਮਿਲੇਗਾ ਕਿਉਂਕਿ ਉਹਨਾਂ ਦੇ ਕੋਲ ਇੰਨੀ ਆਮਦਨ ਨਹੀਂ ਹੈਗੀ। ਜਿਹੜੇ ਅਮੀਰ ਲੋਕ ਹੈਗੇ ਆ ਉਹਨਾਂ ਦੇ ਵੱਡੇ ਵੱਡੇ ਘਰ ਆ ਔਰ ਘਰਾਂ ਦੇ ਵਿੱਚ ਰਹਿਣ ਵਾਲੇ ਵੀ ਥੋੜੇ ਹੈਗੇ ਆ, ਉੱਥੇ ਕੋਈ ਬਿਮਾਰੀ ਵੀ ਨਹੀਂ ਫੈਲ ਸਕਦੀ। ਜੇਕਰ ਬਿਮਾਰ ਵੀ ਹੁੰਦੇ ਆ ਤਾਂ ਇੱਕਦਮ ਉਹਨਾਂ ਲਈ ਇਕੱਲੀ ਨੈਸ਼ਨਲ ਹੈਲਥ ਸਰਵਿਸ ਹੀ ਨਹੀਂ, ਉਹ ਆਪਣਾ ਪ੍ਰਾਈਵੇਟ ਇਲਾਜ ਵੀ ਕਰਾ ਸਕਦੇ ਆ। ਸੋ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਹੈਗੀ ਕਿ ਕੈਂਸਿੰਗਟਨ ਤੇ ਚੈਲਸੀ ਵਰਗੇ ਇਲਾਕਿਆਂ ਦੇ ਵਿੱਚ ਜਿਹੜੀ ਆ ਲਾਈਫ ਐਕਸਪੈਕਟੈਂਸੀ ਜੋ ਤੁਸੀਂ 85 ਸਾਲ ਦੇ ਨੇੜੇ ਤੇੜੇ ਕਿਹਾ ਉਹ ਹੈਗੀ ਆ। ਔਰ ਜੇਕਰ ਤੁਸੀਂ ਉੱਤਰ ਵੱਲੋਂ ਆਉਂਦੇ ਹੈਗੇ ਆ, ਮਿਡਲੈਂਡਸ ਦੇ ਵਿੱਚ ਦੀ ਹੁੰਦੇ ਹੋਏ ਗਲਾਸਗੋ ਨੂੰ ਜਾਂਦੇ ਹੈਗੇ ਆ, ਤੇ ਗਲਾਸਗੋ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਲੰਡਨ ਦੇ ਇਹ ਅਮੀਰ ਇਲਾਕਿਆਂ ਦੇ ਮੁਕਾਬਲੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਦਾ ਪੱਧਰ ਹੈਗਾ ਆ ਉਹ ਬਹੁਤ ਨੀਚੇ ਦਰਜੇ ਦਾ ਹੈਗਾ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਕਿ ਇੱਕ ਘਰ ਦੇ ਵਿੱਚ ਬਹੁਤ ਸਾਰੇ ਜੀ ਰਹਿ ਰਹੇ ਹੈਗੇ ਆ, ਉਹਨਾਂ ਦੀ ਸਾਈਕੋਲੋਜੀਕਲ ਪ੍ਰੋਬਲਮਸ ਵੀ ਆ ਜਾਂਦੀਆਂ, ਉਹਨਾਂ ਦੀਆਂ ਫਿਜ਼ੀਕਲ ਹੈਲਥ ਪ੍ਰੋਬਲਮਸ ਵੀ ਆ ਜਾਂਦੀਆਂ। ਇਸ ਲਈ ਇਹਦੇ ਵਿੱਚ ਕੋਈ ਹੈਰਾਨੀ ਨਹੀਂ ਕਿ ਉਹਨਾਂ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਹੈਗੀ ਆ ਉਹ ਬਹੁਤ ਘੱਟ ਹੋਏਗੀ। ਔਰ ਤੁਸੀਂ ਤਾਂ ਕਿਹਾ ਨਾ ਕਿ ਬਈ ਇਹਦੇ ਵਿੱਚ ਸਿਰਫ 10 ਸਾਲਾਂ ਦਾ ਫਰਕ ਆ, ਮੈਨੂੰ ਲੱਗਦਾ ਕਿ ਬਈ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਵੇ ਕਿਉਂਕਿ ਮੈਂ ਚਲੋ ਗਲਾਸਗੋ ਤਾਂ ਨਹੀਂ, ਉੱਥੇ ਦੂਸਰੇ ਸਕਾਟਲੈਂਡ ਦੇ ਵਿੱਚ ਰਹਿ ਕੇ ਦੇਖਿਆ ਹੈਗਾ ਕਿ ਬਈ ਉੱਥੇ ਦੇ ਜਿਹੜੇ ਗਰੀਬ ਇਲਾਕੇ ਆ ਉਹ ਸੱਚਮੁੱਚ ਹੀ ਬਹੁਤ ਗਰੀਬ ਇਲਾਕੇ ਹੈਗੇ ਆ। ਮੈਂ ਐਡਨਬਰਾ ਰਹਿੰਦਾ ਹੁੰਦਾ ਸੀ, ਉੱਥੇ ਗਰੀਬ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਟ ਦੀਆਂ ਦੁਕਾਨਾਂ ਸੀਗੀਆਂ, ਉਹਨਾਂ ਦੁਕਾਨਾਂ ਤੇ ਸਰਦੂਲ ਜੀ ਤੁਸੀਂ ਸੱਚ ਮੰਨਿਓ ਕਿ ਉਹਨਾਂ ਤੇ ਜਿਹੜੀ ਮੀਟ ਦੀ ਰਹਿੰਦ ਖੂੰਦ ਹੁੰਦੀ ਸੀ, ਹੱਡੀਆਂ ਤੱਕ ਜਿਹੜੀਆਂ ਸੀ ਉਹ ਵੀ ਵਿਕਦੀਆਂ ਹੁੰਦੀਆਂ ਸੀ। ਹੁਣ ਤੁਸੀਂ ਇਹ ਦੇਖੋ ਕਿ ਬਈ ਜੇਕਰ ਉਹ ਲੋਕ ਜਿਹੜੇ ਕਿ ਉਹ ਰਹਿੰਦ ਖੂੰਦ, ਪਹਿਲੀ ਤਾਂ ਗੱਲ ਹੈ ਕਿ ਮੀਟ ਜੇਕਰ ਉੱਥੇ ਹਾਈਜੀਨ ਹੈ ਨਹੀਂ ਗੀ ਤੇ ਉਹ ਬਿਮਾਰੀ ਦਾ ਘਰ ਬਣ ਜਾ। ਦੂਸਰਾ ਆ ਕਿ ਜਿਹੜਾ ਰਹਿੰਦ ਖੂੰਦ ਦਾ ਮੀਟ ਹੁੰਦਾ ਆ, ਜੇਕਰ ਉਹ ਖਾਣਗੇ ਤਾਂ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਤੁਸੀਂ ਦੇਖ ਸਕਦੇ ਆ ਕਿ ਕਿਹੋ ਜਿਹੀ ਹੋਏਗੀ।
ਸੋ ਇਹਦੇ ਵਿੱਚ ਕੋਈ ਹੈਰਾਨੀ ਨਹੀਂ। ਭਾਵੇਂ ਲੰਡਨ ਦੇ ਇਲਾਕਿਆਂ ਦੇ ਵਿੱਚ ਕਿਹਾ ਗਿਆ ਕਿ ਬਈ ਲਾਈਫ ਐਕਸਪੈਕਟੈਂਸੀ ਕੁਝ ਕੁ ਇਲਾਕਿਆਂ ਦੇ ਬਹੁਤ ਹੈਗੀ ਆ, ਲੇਕਿਨ ਉੱਥੇ ਵੀ ਕੁਝ ਇਲਾਕੇ ਜ਼ਰੂਰ ਇਹੋ ਜਿਹੇ ਹੈਗੇ ਆ ਗਰੀਬ, ਜਿੱਥੇ ਕ੍ਰਾਈਮ ਵੀ ਜ਼ਿਆਦਾ ਹੈਗਾ, ਗਰੀਬੀ ਵੀ ਹੈਗੀ ਆ। ਉਹ ਜਿਹੜੇ ਗੁੱਟ ਬਣੇ ਹੋਏ ਆ ਲੰਡਨ ਦੇ ਇਲਾਕੇ ਦੇ ਵਿੱਚ ਵੀ, ਉਹਨਾਂ ਦੀ ਲਾਈਫ ਐਕਸਪੈਕਟੈਂਸੀ ਵੀ ਬਹੁਤ ਹੀ ਘੱਟ ਹੋਏਗੀ, ਮੈਨੂੰ ਇਹ ਪੂਰਾ ਯਕੀਨ ਹੈਗਾ। ਬਾਕੀ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਲੋਕ ਜਿਹੜੇ ਕਿ ਇਸ ਤਰ੍ਹਾਂ ਦੇ ਅੰਕੜੇ ਇਕੱਠੇ ਕਰਦੇ ਆ, ਸ਼ਾਬਾਸ਼ ਏ ਉਹਨਾਂ ਦੇ ਜਿਹੜੀ ਕਿ ਉਹ ਇੰਨੀ ਮਿਹਨਤ ਕਰਦੇ ਆ, ਔਰ ਸ਼ਾਬਾਸ਼ ਏ ਉਹਨਾਂ ਦੇ ਐਨਾਲਿਸਿਸ ਕਰਨ ਦੀ ਕਿ ਬਈ ਉਹ ਇਹਨਾਂ ਕਨਕਲੂਜਨਾਂ ਤੇ ਆਉਂਦੇ ਆ। ਲੇਕਿਨ ਉਹ ਜਿਹੜੀਆਂ ਕਨਕਲੂਜਨ ਆ ਉਹ ਤੁਹਾਨੂੰ ਤੇ ਮੈਨੂੰ ਕੋਈ ਛੁਪੀਆਂ ਨਹੀਂ ਹੈਗੀਆਂ। ਸਾਨੂੰ ਪਤਾ ਹੀ ਆ ਕਿ ਜੇਕਰ ਤੁਸੀਂ ਅਮੀਰ ਹੋਵੋਗੇ ਤਾਂ ਤੁਹਾਡੀ ਜਿਹੜੀ ਲਾਈਫ ਐਕਸਪੈਕਟੈਂਸੀ ਆ, ਤੁਹਾਡਾ ਰਹਿਣ ਸਹਿਣ ਦਾ ਪੱਧਰ ਆ, ਉਹ ਮੱਲੋ ਮੱਲੀ ਉੱਚਾ ਹੋਏਗਾ, ਕਿਉਂਕਿ ਤੁਸੀਂ ਸਭ ਕੁਝ ਅਫੋਰਡ ਕਰ ਸਕਦੇ ਆ। ਇਸ ਲਈ ਤੁਸੀਂ ਜ਼ਿਆਦੀ ਦੇਰ ਜੀਣ ਦੇ ਲਈ ਤੁਹਾਡੇ ਲਈ ਜਰੀਏ ਬਣ ਜਾਂਦੇ ਆ। ਹਾਂਜੀ, ਬਹੁਤ ਵਧੀਆ ਤੁਸੀਂ ਜਿਹੜੀਆਂ ਗੱਲਾਂ ਕਹੀਆਂ। ਮੈਂ ਸਰ ਮੇਰੇ ਖਿਆਲ ਇੱਥੇ ਇੰਨਾ ਕੁ ਹੀ ਆਪਾਂ ਜੇ ਸ਼ਾਮਿਲ ਕਰ ਦਈਏ ਕਿ ਜੇ ਆਪਣੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਜਿਹੜੀ ਇਹ ਜੇ ਅਸੀਂ ਅੰਕੜੇ ਦਿੰਦੇ ਹਾਂ ਜਾਂ ਜੋ ਵੀ ਹੈਗਾ, ਤੇ ਇਹ ਅਸੀਂ ਤੇ ਇਹੀ ਕਹਾਂਗੇ ਤੁਸੀਂ ਇੱਕ ਬਹੁਤ ਵਧੀਆ ਸਾਦਾ ਖਾਓ ਤੇ ਆਪਣੀ ਥੋੜ੍ਹੀ ਬਹੁਤੀ ਟਹਿਲ ਕਰੋ, ਐਕਸਰਸਾਈਜ਼ ਕਰੋ। ਘਰ ਸਿਰਫ ਬੈਠੇ ਰਹਿਣ ਦੇ ਨਾਲ ਜਿਹੜੀ ਹੈਗੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਉੱਤੇ ਬਹੁਤ ਫਰਕ ਪੈਂਦਾ ਹੈਗਾ। ਕਈ ਬਿਮਾਰੀਆਂ ਤੇ ਚਲੋ ਨੈਚੁਰਲੀ ਲੋਕਾਂ ਦੇ ਆ ਜਾਂਦੀਆਂ ਵੀ ਹੈਗੀਆਂ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਰ ਕਈ ਬਿਮਾਰੀਆਂ ਦਾ ਮੈਨੂੰ ਲੱਗਦਾ ਵੀ ਸੱਦਾ ਪੱਤਰ ਵੀ ਦਿੱਤਾ ਜਾਂਦਾ, ਜੇ ਕੁਛ ਕਰਨਾ ਹੀ ਨਹੀਂ, ਖਾਈ ਜਾਣਾ, ਬੈਠੇ ਰਹਿਣਾ ਘਰੇ ਹੀ ਤੇ ਕੋਈ ਐਕਸਰਸਾਈਜ਼ ਨਹੀਂ ਕਰਨੀ। ਭਾਵੇਂ ਦੇਖੋ ਹੁਣ ਤਾਂ ਬਿਲਕੁਲ। ਸਿਆਲ ਹੈ, ਚੱਲ ਸਿਆਲ ਤਾਂ ਬਹੁਤਾ ਬੰਦਾ ਬਾਹਰ ਨਹੀਂ ਜਾ ਸਕਦਾ ਹੈਗਾ, ਪਰ ਜਦੋਂ ਗਰਮੀਆਂ ਆਉਂਦੀਆਂ ਹੈਗੀਆਂ ਤੁਸੀਂ ਆਲੇ ਦੁਆਲੇ ਜਿੱਥੇ ਜਾਂ ਪਾਰਕ ਹੈਗੀ ਹੈ ਜਾਂ ਆਪਣੀ ਜਿਹੜੀ ਗਲੀ ਹੈਗੀ ਆ, ਤੁਹਾਡਾ ਰੋਡ ਹੈਗਾ, ਉਹਦੇ ਤੇ ਥੋੜ੍ਹਾ ਬਹੁਤਾ ਟਹਿਲ ਲਓ, ਕਾਫੀ ਫਰਕ ਪੈਂਦਾ ਸਿਹਤ ਦਾ। ਲਓ ਬਿਲਕੁਲ ਆਪਾਂ ਜੀ। ਆਖਰੀ ਜਿਹੜੀਆਂ ਗੱਲਾਂ ਹੈਗੀਆਂ ਦੇਖੀਏ, ਜਿਹੜੀ ਰਸ਼ੀਆ ਦੀ ਜਿਹੜੀ ਆਪਣੇ ਯੂਕਰੇਨ ਦੀ ਜਿਹੜੀ ਲੜਾਈ ਹੈ ਬਲਦੇਵ ਜੀ, ਹੁਣ ਤੇ ਕਾਫੀ ਚਿਰ ਸਾਲ ਹੀ ਹੋ ਗਿਆ ਹੈਗਾ, ਉਹ ਚੱਲ ਰਿਹਾ ਵੀ ਉਹ ਕਹਿੰਦੇ ਵੀ ਆਹ ਹੁਣ ਨਿਊ ਵੇਵ ਆਫ ਮਿਸਾਈਲਸ ਐਟ ਯੂਕਰੇਨ ਐਂਡ ਹਿਟਸ ਐਨਰਜੀ ਇਨਫਰਾਸਟ੍ਰਕਚਰ, ਜਿਹਦੇ ਵਿੱਚ ਮਤਲਬ ਜਿੱਥੇ ਉਹ ਖਾਸ ਕਰਕੇ ਐਨਰਜੀ ਦੇ ਜਾਂ ਬਿਜਲੀ ਦੇ ਜਿਹੜੇ ਬਣਾਉਣ ਵਾਲੇ ਹੈਗੇ ਜਾਂ ਹੋਰ ਚੀਜ਼ਾਂ ਜਿਹੜੀਆਂ ਗੈਸ ਪੈਦਾ ਜਾਂ ਜਿਹੜੀ ਚੀਜ਼ਾਂ, ਉਹਨਾਂ ਦੇ ਉੱਪਰ ਜੇ ਹੁਣ ਇਹੋ ਜਿਹੀ ਮਤਲਬ ਬੰਬਾਰਮੈਂਟ ਸ਼ੁਰੂ ਹੋ ਗਈ ਹੈਗੀ ਆ, ਤੇ ਫਿਰ ਜਿਹੜੇ ਬਾਹਰਲੇ ਮੁਲਕ ਜਿੱਥੇ ਹੁਣ ਯੂਕੇ ਜਾਂ ਹੋਰ ਮੁਲਕਾਂ ਦੇ ਉੱਤੇ ਬਹੁਤ ਵੱਡਾ ਅਸਰ ਪਵੇਗਾ। ਇਸ ਦਾ ਕੋਈ ਸਾਹਮਣੇ ਦਿਸ ਨਹੀਂ ਰਿਹਾ ਹੈਗਾ ਕਿ ਇਹਦਾ ਕੋਈ ਹੱਲ ਜਾਂ ਕਿਸ ਤਰੀਕੇ ਨਾਲ ਹੋ ਸਕਦਾ। ਭਾਵੇਂ ਆਪਾਂ ਪਿਛਲੀ ਵਾਰੀ ਵੀ ਗੱਲਬਾਤ ਕੀਤੀ ਸੀ, ਜਿਹਦੇ ਵਿੱਚ ਜਿਹੜੀਆਂ ਬਾਹਰਲੀਆਂ ਨੇਟੋ ਦੀਆਂ ਜਾਂ ਵੈਸਟਰਨ ਤਾਕਤਾਂ ਹੈਗੀਆਂ, ਜਿਹੜੀਆਂ ਉਹਨਾਂ ਨੂੰ ਪੈਸੇ ਦੀ ਤੇ ਜਾਂ ਹੋਰ ਜਿਹੜਾ ਲੜਾਈ ਦਾ ਸਮਾਨ ਹੈਗਾ, ਉਹ ਉੱਥੇ ਦੇ ਕੇ ਕਰ ਰਹੇ ਹੈਗੇ ਆ, ਪਰ ਇਹਦਾ ਕੋਈ ਇਹੋ ਜਿਹਾ ਨਜ਼ਰ ਨਹੀਂ ਆ ਰਿਹਾ ਸਾਹਮਣੇ ਵੀ ਹਾਂ ਇਹ ਕੋਈ ਹੱਲ ਹੋ ਸਕੇਗਾ। ਕੀ ਕਹੋਗੇ? ਬਿਲਕੁਲ ਸੰਧੂ ਜੀ, ਦੇਖੋ ਹੌਲੀ ਹੌਲੀ ਨਾ ਇਹ ਗੱਲ ਕਿੱਥੋਂ ਚੱਲੀ ਸੀ ਤਾਂ ਕਿੱਥੇ ਪਹੁੰਚ ਗਈ ਹੈਗੀ ਆ। ਮੈਂ ਸਮਝਦਾ ਕਿ ਯੂਕਰੇਨੀ ਲੋਕਾਂ ਦਾ ਇਹ ਇੱਕ ਮਹਾ ਸਦਮਾ ਬਣ ਕੇ ਰਹਿ ਗਿਆ ਹੈਗਾ ਕਿ ਇਹ ਜਿਹੜੀ ਲੜਾਈ ਆ ਹੁਣ ਚਲੋ 1 ਸਾਲ ਹੋ ਜਾਣਾ ਇਹਨੂੰ, ਜਦੋਂ ਸ਼ੁਰੂ ਹੋਈ ਸੀ ਉਹ ਸਿਰਫ ਤੇ ਸਿਰਫ ਸ਼ੁਰੂ ਹੋਈ ਸੀ ਕਿ ਬਈ ਯੂਕਰੇਨ ਦੇ ਤੇ ਰੂਸ ਦੇ ਆਪਸੀ ਮਤਭੇਦ ਹੈਗੇ ਆ। ਉਸ ਕਰਕੇ ਸਿੱਧੀ ਸਾਦੀ ਗੱਲ ਹੈਗੀ ਆ ਕਿ ਵੀ ਯੂਕਰੇਨ ਵਾਲੇ ਕਹਿੰਦੇ ਸੀ ਕਿ ਵੀ ਅਸੀਂ ਨੇਟੋ ਦੇ ਮੈਂਬਰ ਬਣਨਾ, ਰੂਸੀ ਕਹਿੰਦੇ ਸੀਗੇ ਨਹੀਂ ਜੀ, ਕਿਉਂਕਿ ਤੁਹਾਡੀ ਬਾਰਡਰ ਸਾਡੇ ਨਾਲ ਲੱਗਦਾ, ਤੁਸੀਂ ਨੇਟੋ ਦੇ ਮੈਂਬਰ ਨਹੀਂ ਬਣ ਸਕਦੇ। ਹੁਣ ਹਕੀਕਤ ਇਹ ਹੈਗੀ, ਸਾਲ ਬਾਅਦ ਇਹ ਲੜਾਈ ਜਿਹੜੀ ਆ, ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਗਈ ਕਿ ਇਹ ਲੜਾਈ ਸਿੱਧੇ ਤੌਰ ਤੇ ਨੇਟੋ ਅਤੇ ਰੂਸ ਦੇ ਵਿੱਚ ਹੋ ਰਹੀ ਹੈਗੀ ਆ, ਜਿਹਦਾ ਕਿ ਮੈਦਾਨੇ ਜੰਗ ਜਿਹੜਾ ਆ ਉਹ ਯੂਕਰੇਨ ਨੂੰ ਬਣਾਇਆ ਜਾ ਰਿਹਾ ਹੈਗਾ। ਔਰ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਦੇ ਆ ਕਿ ਹਰ ਰੋਜ਼ ਉਸ ਮੁਲਕ ਦੀ ਤਬਾਹੀ ਕਿੰਨੀ ਹੁੰਦੀ ਆ। ਹੁਣ ਇੱਕ ਆ ਜਿਹੜਾ ਛੋਟਾ ਜਿਹਾ ਪਿੰਡ ਆ ਜਾਂ ਕਸਬਾ ਆ, ਉਹਨੂੰ ਰੂਸੀ ਕਹਿ ਰਹੇ ਹੈਗੇ ਕਿ ਉਹ ਅਸੀਂ ਆਪਣੇ ਅਧਿਕਾਰ ਦੇ ਥੱਲੇ ਲੈ ਲਿਆ ਹੈਗਾ। ਉੱਥੇ ਨਾ ਕੋਈ ਬਿਲਡਿੰਗ ਬਚੀ ਹੈਗੀ ਆ, ਲੋਕ ਉਸ ਸ਼ਹਿਰ ਨੂੰ ਛੱਡ ਕੇ ਦੌੜ ਗਏ ਹੈਗੇ ਆ, ਤੇ ਜੇਕਰ ਉਹ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਵੀ ਲੈਂਦੇ ਆ ਤੇ ਉਹਨਾਂ ਦਾ ਕੀ ਉਸ ਨੂੰ ਕਬਜ਼ੇ 'ਚ ਲੈ ਕੇ ਕਰਨਗੇ। ਤੇ ਬਾਕੀ ਜਿਹੜੀ ਯੂਕਰੇਨ ਦੀ ਗੱਲ ਹੈਗੀ ਆ, ਯੂਕਰੇਨ ਦਾ ਕੋਈ ਵੀ ਇਲਾਕਾ, ਕੋਈ ਵੀ ਸ਼ਹਿਰ, ਕੋਈ ਵੀ ਪਿੰਡ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ, ਕਿਉਂਕਿ ਉੱਥੇ ਰੂਸ ਦੀਆਂ ਜਿਹੜੀਆਂ ਮਿਸਾਈਲਸ ਆ ਉਹ ਮੰਡਰਾ ਰਹੀਆਂ ਹੈਗੀਆਂ ਉਹਨਾਂ ਦੇ ਆਕਾਸ਼ ਦੇ ਵਿੱਚ। ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ।
ਕੱਲ ਪਰਸੋਂ ਦੀ ਗੱਲ ਹੈਗੀ ਆ ਕਿ ਉਹਨਾਂ ਦੀ ਇੱਕ ਮਿਸਾਈਲ ਜਿਹੜੀ ਆ ਇੱਕ ਹਾਈ ਰਾਈਜ਼ ਬਿਲਡਿੰਗ ਤੇ ਡਿੱਗੀ ਤੇ ਉਹਨੇ ਉਹ ਸਾਰੀ ਹੀ ਬਿਲਡਿੰਗ ਢਾਹ ਦਿੱਤੀ। ਔਰ ਖਬਰਾਂ ਇਹੀ ਆ ਕਿ ਉਸ ਬਿਲਡਿੰਗ ਦੇ ਵਿੱਚ ਜਿੰਨੇ ਸੀਗੇ ਲਗਭਗ ਸਾਰੇ ਮਰ ਚੁੱਕੇ ਹੈਗੇ ਆ। ਸੋ ਹੁਣ ਇਹ ਹਕੀਕਤ ਇਹ ਆ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਨੇਟੋ ਦੀ ਤੇ ਰੂਸ ਦੀ ਲੜਾਈ ਬਣ ਚੁੱਕੀ ਆ ਔਰ ਇਹਦਾ ਅੰਤ ਕਿਸ ਤਰ੍ਹਾਂ ਹੋਏਗਾ ਉਹ ਨਜ਼ਰ ਬਿਲਕੁਲ ਨਹੀਂ ਆ ਰਿਹਾ, ਕਿਉਂਕਿ ਕਦੇ-ਕਦੇ ਰੂਸ ਵੱਲੋਂ ਇਹ ਕਿਹਾ ਜਾਂਦਾ ਕਿ ਜੀ ਅਸੀਂ ਮੇਜ਼ ਤੇ ਬਹਿ ਕੇ ਗੱਲਬਾਤ ਦੇ ਦੌਰਾਨ ਇਸ ਮਸਲੇ ਦਾ ਹੱਲ ਲੱਭਾਂਗੇ। ਲੇਕਿਨ ਜਿਹੜੀ ਆ ਗੱਲਬਾਤ ਆ ਉਹ ਦੋ ਧਿਰਾਂ ਦੇ ਵਿੱਚ ਹੁੰਦੀ ਆ, ਇੱਕ ਧਿਰ ਦੇ ਵਿੱਚ ਨਹੀਂ ਹੁੰਦੀ। ਜੇਕਰ ਯੂਕਰੇਨ ਵਾਲੇ ਪੱਛਮੀ ਮੁਲਕਾਂ ਦੀ ਮਦਦ ਦੇ ਨਾਲ ਉਹ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਜੇਕਰ ਉਹ ਨਹੀਂ ਮੰਨਦੇ ਹੈਗੇ ਕਿ ਹਾਂ ਵੀ ਆਪਾਂ ਗੱਲਬਾਤ ਕਰਕੇ ਇਹ ਜਿਹੜਾ ਮਸਲਾ ਇਹਦਾ ਹੱਲ ਲੱਭਦੇ ਆ, ਤੇ ਫਿਰ ਉਹ ਇੱਕ ਪਾਸੜ ਗੱਲ ਨਹੀਂ ਹੋ ਸਕਦੀ। ਪਹਿਲੋ ਪਹਿਲ ਤੁਹਾਨੂੰ ਪਤਾ ਹੈ ਕਿ ਬਈ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ, ਇਹਨਾਂ ਦੀ ਗੱਲਬਾਤ ਹੁੰਦੀ ਸੀ। ਹੁਣ ਕੋਈ ਨਾ ਤਾਂ ਬਾਹਰਲਾ ਦੇਸ਼ ਹੀ ਇਹਨਾਂ ਦੇ ਵਿੱਚ ਆ ਕੇ ਵਿਚੋਲਾ ਬਣ ਕੇ ਇਹਨਾਂ ਦੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦਾ, ਨਾ ਉਹ ਗੱਲਬਾਤ ਹੋ ਹੀ ਰਹੀ ਹੈਗੀ ਆ। ਦੋਨੋਂ ਹੀ ਧਿਰਾਂ ਇਹੀ ਸੋਚ ਕੇ ਬੈਠੀਆਂ ਹੈਗੀਆਂ ਕਿ ਅਸੀਂ ਮਿਲਟਰੀ ਪੱਧਰ ਤੇ ਦੂਜਿਆਂ ਨੂੰ ਜਿੱਤ ਲੈਣਾ ਹੈਗਾ। ਉਹ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਜਿੱਤ ਸਕਦੇ ਆ ਇਹ ਹਜੇ ਕਲੀਅਰ ਨਹੀਂ ਹੋਇਆ ਹੈਗਾ। ਔਰ ਯੂਕਰੇਨ ਦੇ ਲੋਕਾਂ ਦਾ ਜਿਹੜਾ ਮਹਾ ਸਦਮਾ ਆ, ਉਹਨਾਂ ਦੀ ਜਿਹੜੀ ਤਰਾਸਦੀ ਆ ਉਹ ਦਿਨ ਬਰ ਦਿਨ ਵੱਧਦੀ ਜਾ ਰਹੀ ਆ। ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਹੋ ਰਿਹਾ ਹੈਗਾ। ਲੋਕ ਭਾਰੀ ਗਿਣਤੀ ਦੇ ਵਿੱਚ ਮਰ ਰਹੇ ਹੈਗੇ ਆ। ਇਹਦਾ ਹੱਲ ਕੀ ਆ? ਇਹ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਰੱਬ ਹੀ ਜਾਣਦਾ, ਜਾਂ ਰੂਸੀ ਜਾਂ ਯੂਕਰੇਨੀ ਹੀ ਜਾਣਦੇ ਹੈਗੇ ਆ। ਤੁਹਾਨੂੰ ਇਹ ਵੀ ਪਤਾ ਹੈਗਾ, ਅਸੀਂ ਸਾਰੇ ਜਾਣਦੇ ਹਾਂ ਹਿਸਟਰੀ ਤੋਂ, ਜਿਹੜੀਆਂ ਵੀ ਲੜਾਈਆਂ ਹੁੰਦੀਆਂ ਉਹਨਾਂ ਦਾ ਹੱਲ ਸਿਰਫ ਮੇਜ਼ ਤੇ ਇੱਕ ਦੂਸਰੇ ਦੇ ਨਾਲ ਬਹਿ ਕੇ ਗੱਲਬਾਤ ਰਾਹੀਂ ਹੀ ਸੁਲਝਾਇਆ ਜਾਂਦਾ, ਨਾ ਕਿ ਅੱਜ ਤੱਕ ਕਿਸੇ ਦੀ ਵੀ ਮਿਲਟਰੀ ਤੌਰ ਤੇ ਕੋਈ ਜਿੱਤ ਨਹੀਂ ਹੋਈ ਹੈਗੀ। ਸੋ ਇਸ ਜੰਗ ਦਾ ਵੀ ਜਿਹੜਾ ਇਲਾਜ ਹੈਗਾ ਜਾਂ ਹੱਲ ਇਹੀ ਆ ਕਿ ਬਈ ਦੋਨੋਂ ਹੀ ਤਰ੍ਹਾਂ ਆਪਸ ਵਿੱਚ ਹੀ ਗੱਲ ਕਰਕੇ ਆਪਣੀਆਂ ਸਮੱਸਿਆਵਾਂ ਹੱਲ ਕਰ ਲੈਣ। ਹਾਂਜੀ, ਜਿਹੜੀ ਹੁਣੇ ਤੁਸੀਂ ਗੱਲ ਕਹਿ ਕੇ ਹਟੇ ਨਾ ਵੀ ਵੈਸਟਰਨ ਪਾਵਰਸ ਦੀ, ਹੁਣੇ ਆਪਣੇ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੇ ਇਹ ਵੀ ਇਹ ਕਿਹਾ ਗਿਆ ਦੇ ਪ੍ਰੋਵਾਈਡਿੰਗ ਮੋਰ ਵੈਪਨਸ ਟੂ ਯੂਕਰੇਨ, ਤੇ ਜਿਹਦੇ ਵਿੱਚ ਨਾਲ ਚੈਲੰਜਰ ਜਿਹੜੇ ਟੈਂਕ ਹੈਗੇ ਆ ਦੇ ਕਾਫੀ ਪਾਵਰਫੁਲ ਹੈਗੇ ਆ। ਉਹ ਕਹਿੰਦੇ ਵੀ ਉਹ ਪੁਸ਼ ਰਸ਼ੀਅਨ ਟਰੂਪਸ ਬੈਕ, ਤੇ ਉਧਰਲੇ ਪਾਸੇ ਜਿਹੜੀ ਰਸ਼ੀਆ ਦੀ ਸਟੇਟਮੈਂਟ ਇਹ ਵੀ ਆਈ ਹੈਗੀ ਆ, ਅਗਰ ਇਹ ਜਿੰਨੇ ਵੀ ਵੈਸਟਰਨ ਪਾਰਟਨਰਸ ਹੈਗੇ ਆ ਜੇ ਇਹੋ ਜਿਹੀਆਂ ਚੀਜ਼ਾਂ ਇਹ ਕਰਦੇ ਰਹਿਣਗੇ, that will be a bad news and Russian will enforce and put more weapons and ਜਾਂ ਜ਼ਿਆਦਾ ਹੋਰ ਅਟੈਕ ਕਰਨਗੇ। ਕਿਉਂਕਿ ਉਹ ਤਾਂ ਫਿਰ ਜਿੱਦਾਂ ਨਹੀਂ ਆਪਾਂ ਕਹਿੰਦੇ ਵੀ ਬਾਰੀ ਦਾ ਬੱਟਾ ਹੀ ਆ, ਜੇ ਜਦੋਂ ਇੱਧਰੋਂ ਸਾਜੋ ਸਮਾਨ ਜ਼ਿਆਦਾ ਹੋਣਾ ਸ਼ੁਰੂ ਹੋਏਗਾ ਉਧਰੋਂ ਉਹ ਵੀ ਕਰਨਗੇ। ਜਾਂ ਕਿੱਦਾਂ ਇਹ ਤਾਂ ਜਾਣੀ ਇਹਨੂੰ ਵਧਾਉਣ ਵਾਲੀ ਗੱਲ ਹੀ ਹੋ ਰਹੀ ਹੈਗੀ ਆ। ਤੇ ਜਿੱਦਾਂ ਤੁਸੀਂ ਕਿਹਾ ਹੀ ਹੈਗਾ ਵੀ ਆਪਣੇ ਕੋਲ ਕੋਈ ਇਹੋ ਜਿਹਾ ਨਹੀਂ ਸਾਧਨ ਇਸ ਵੇਲੇ ਲੱਭ ਰਿਹਾ ਹੈਗਾ ਜਿਹਦੇ ਵਿੱਚ, ਕਿਉਂਕਿ ਜਿਹੜਾ ਉਜਾੜਾ ਹੋ ਰਿਹਾ ਹੈਗਾ ਜਾਂ ਜਿੰਨੀਆਂ ਵੀ ਮੌਤਾਂ ਹੋ ਰਹੀਆਂ ਹੈਗੀਆਂ ਉਹ ਯੂਕਰੇਨ ਦੇ ਵਿੱਚ, ਉਹਨਾਂ ਦਾ ਤਾਂ ਵੈਸੇ ਇਸ ਵੇਲੇ ਆਪਾਂ ਅੰਦਾਜ਼ਾ ਵੀ ਨਹੀਂ ਬਹੁਤਾ ਲਾ ਸਕਦੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨੂੰ ਦੇਖ ਕੇ ਜਿਹੜੀ ਟੈਂਕਸ ਜਾਂ ਜੋ ਵੀ, ਜਿੱਦਾਂ ਚਾਹੇ ਅਮਰੀਕਾ ਹੈਗਾ, ਜਰਮਨ ਹੈਗਾ, ਯੂਕੇ ਹੈਗਾ, ਇਹ ਜਿੰਨਾ ਵੀ ਸਮਾਨ ਇਹ ਜਿੰਨਾ ਜ਼ਿਆਦਾ ਦੇਈ ਜਾਣਗੇ ਉਨੀ ਹੀ ਉਧਰਲੇ ਪਾਸੇ ਨੂੰ ਹੋਰ ਜਿਹੜੀ ਲੜਾਈ ਹੈ ਇਸ ਵਾਧਾ ਹੀ ਹੋਵੇਗਾ। ਜਿਹੜੀ ਐਂਡ ਆਫ ਦਾ ਡੇ ਕਹਾਣੀ ਤਾਂ ਉੱਥੇ ਆ ਕੇ ਮੁੱਕਣੀ ਆ ਕਿ ਹਾਂ ਦੁਨੀਆ ਦੀਆਂ ਕਿੰਨੀਆਂ ਤਾਕਤਾਂ ਹੈਗੀਆਂ ਜਿਹਨਾਂ ਦਾ ਹਮੇਸ਼ਾ ਆ ਕੇ ਐਂਡ ਜਿਹੜਾ ਹੈਗਾ ਉਹ ਜਿੰਨੀ ਦੇਰ ਉਹ ਬੈਠ ਕੇ ਜਾਂ ਵਿੱਚ ਕੋਈ ਵਿਚੋਲਾ ਜਾਂ ਜਿੰਨੀ ਦੇਰ ਹੱਲ ਦੇਖੋ। ਆਪਣੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਹੈਗੀ ਆ ਨਾਰਦਰਨ ਆਇਰਲੈਂਡ ਦੀ, ਉੱਥੇ ਵੀ ਇਹੀ ਸੀ ਬੰਬਾਰਮੈਂਟ ਹੁੰਦੀ ਰਹਿੰਦੀ ਹਰ ਸਾਲ। ਅਖੀਰ ਆ ਕੇ ਉਹਨਾਂ ਨੂੰ ਬੈਠਣਾ ਹੀ ਪਿਆ ਟੇਬਲ ਦੇ ਉੱਤੇ ਤਾਂ ਕਿ ਉਹ ਗੱਲਬਾਤ ਕਿਸੇ ਪਾਸੇ ਲਿਜਾ ਸਕਣ। ਇੱਥੇ ਵੀ ਤੇ ਇਹੀ ਹਾਲ ਹੋਏਗਾ, ਅਗਰ ਨਹੀਂ ਹੋਏਗਾ ਤਾਂ ਫਿਰ ਤੇ ਅੱਜ ਉਹ ਚੱਲਦਾ ਇਦਾਂ ਦਾ ਹੀ ਚੱਲਦਾ ਰਹੇਗਾ। ਹਾਂਜੀ, ਬਿਲਕੁਲ ਜੀ। ਜਿਸ ਤਰ੍ਹਾਂ ਆਪਾਂ ਸਹਿਮਤ ਹੋਏ ਹਾਂ ਕਿ ਜਿੰਨਾ ਚਿਰ ਇਹ ਦੋਨੋਂ ਮੁਲਕ ਜਿਹੜੇ ਹੈਗੇ ਆਪਸ ਵਿੱਚ ਗੱਲ ਨਹੀਂ ਕਰਦੇ, ਜੋ ਵੀ ਉਹਨਾਂ ਦੇ ਆਪਸੀ ਮਤਭੇਦ ਹੈਗੇ ਆ ਉਹ ਇੱਕ ਦੂਸਰੇ ਨੂੰ ਟੋਲਰੇਟ ਨਹੀਂ ਕਰਦੇ, ਉਹਨਾਂ ਚਿਰ ਮੇਰਾ ਖਿਆਲ ਆ ਉੱਥੋਂ ਦੇ ਲੋਕਾਂ ਦਾ ਜਿਹੜਾ ਸਦਮਾ ਆ ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਮੌਤਾਂ ਹੁੰਦੀਆਂ ਰਹਿਣਗੀਆਂ, ਘਰ ਢਹਿੰਦੇ ਰਹਿਣਗੇ, ਬਿਲਡਿੰਗਾਂ ਢਹਿੰਦੀਆਂ ਰਹਿਣਗੀਆਂ। ਜੇ ਜੋ ਵੀ ਨੁਕਸਾਨ ਇਸ ਵੇਲੇ ਯੂਕਰੇਨ ਦਾ ਹੋ ਰਿਹਾ, ਮੈਂ ਕਈ ਵਾਰੀ ਸੋਚਦਾ ਹੁੰਦਾ
ਕਿ ਬਈ ਉਹ ਜਿਹੜਾ ਆ ਉਹ ਇਹਨੂੰ ਦੁਬਾਰਾ ਕਿਸ ਤਰ੍ਹਾਂ ਬਣਾਉਣਗੇ, ਤੇ ਉਹ ਸਮੱਸਿਆ ਜਿਹੜੀ ਦਿਨ ਬਰ ਦਿਨ ਵੱਧਦੀ ਹੀ ਜਾ ਰਹੀ ਹੈ। ਹਾਂਜੀ। ਮਨਦੇਵ ਜੀ ਬਹੁਤ-ਬਹੁਤ ਧੰਨਵਾਦ। ਅੱਜ ਦੀ ਜਿਹੜੀ ਆਪਾਂ ਸਾਰੀ ਇਹ ਜਿੰਨੀ ਵੀ ਗੋਸ਼ਟੀ ਹੋਈ ਆ, ਉਹਦੇ ਨਾਲ, ਕਿਉਂਕਿ ਸਮਾਂ ਇਹ ਵੀ ਆਪਾਂ ਨੂੰ ਤੁਹਾਨੂੰ ਪਤਾ ਰਫ਼ਤਾਰ ਦੇ ਨਾਲ ਦੌੜਿਆ ਜਾਂਦਾ ਹੈਗਾ। ਸਮਾਂ ਅੱਜ ਫਿਰ ਵੀ ਸਮਾਪਤ ਹੋ ਗਿਆ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੋ ਸਾਡੇ ਸਾਹਮਣੇ ਹੈ, ਤੁਹਾਨੂੰ ਪਤਾ ਵੀ ਸੁਰਖੀਆਂ ਤਾਂ ਨਵੀਆਂ ਤੋਂ ਨਵੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਉਹ ਫਿਰ ਤੁਹਾਡੇ ਸਾਹਮਣੇ ਅਸੀਂ ਆਪੋ ਆਪਣੇ ਜਿਹੜੇ ਵਿਚਾਰ ਹੈਗੇ ਜਾਂ ਉਹਨਾਂ ਦੇ ਉੱਤੇ ਕੀ ਕੁਛ ਹੋ ਰਿਹਾ ਹੈਗਾ, ਉਹ ਗੱਲਬਾਤ ਕਰਾਂਗੇ। ਬਲਦੇਵ ਜੀ, ਸਮਾਂ ਕੱਢਣ ਦਾ ਬਹੁਤ-ਬਹੁਤ ਧੰਨਵਾਦ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ, ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਿੱਖ ਚੈਨਲ ਦੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਤਾਂ ਕਿ ਅਸੀਂ ਤੁਹਾਡੇ ਸਾਹਮਣੇ ਵੱਖਰੇ ਤੋਂ ਵੱਖਰੇ ਪ੍ਰੋਗਰਾਮ ਵੀ ਲੈ ਕੇ ਆ ਸਕੀਏ, ਹੋਰ ਵੀ ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ। ਸੋ ਬਹੁਤ-ਬਹੁਤ ਧੰਨਵਾਦ। ਕਿਸੇ ਕਿਸਮ ਦੀ ਗਲਤੀ ਕਰ ਗਏ ਹੋਵਾਂਗੇ ਤਾਂ ਜ਼ਰੂਰ ਮਾਫ਼ ਕਰਨਾ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।